जे अपना आप जर सर्ब कला भरपूर दिसे जत कथा नानक दासन दास तुद आगे बिनवता सलो। पवन गुरु पानी पिता माता तरत महत दिवस रात दोए दाए दाया खेल सगल जगत चंगियां बुरियां वाचे धर्म दूर करमी आपो अपनी के नेड़े के दूर जिनी नाम ते आया गई मसकत काल नानक ते मुख उजले कीते छुटी नाल नानक ते मुख उजले छुट्टी नाल। वाहिगुरु जी का खालसा वाहिगुरु जी की फतेह। ਸ੍ਰੀ ਵਾਹਿਗੁਰੂ। ਗੁਰੂ ਨਾਨਕ ਪਾਦ ਬੰਦਨ ਪਾਦ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਨਾਸਕ ਬਿਘਨਨ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਕਿਰਪਾਲ ਵਾਹਿਗੁਰੂ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁੰਨ ਪੁੰਨ ਸੀਸ ਵਾਹਿਗੁਰੂ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ
ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਮੁਕਤ ਨਿਆਮਤ ਗੁਰ ਬਚਨ, ਕੋ ਰਾਖੀ ਗੈਰ ਗੰਭੀਰ। ਕਨਕ ਕਟੋਰੇ ਬਾਹਿਰੋ, ਟਿਕੇ ਨਾ ਬਾਗਨ ਚੀਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰ ਪੀਰਾ, ਗਹਿਰ ਗੰਭੀਰਾ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ ਨਤਮਸਤਕ ਹੋ ਬੈਠੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ। ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਨਿਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ ਹਾਜ਼ਰੀਆਂ ਭਰ ਕੇ ਸ਼੍ਰੀ ਗੁਰ ਪੰਥ ਪ੍ਰਕਾਸ਼ ਦੀ ਚੱਲ ਰਹੀ ਲੜੀਵਾਰ ਕਥਾ ਆਪ ਜੀ ਬਹੁਤ ਹੀ ਅਦਬ ਤੇ ਸਤਿਕਾਰ ਸਹਿਤ ਸਰਵਣ ਕਰ ਰਹੇ। ਪਿਛਲੇ ਪ੍ਰਕਰਣਾਂ ਵਿੱਚ ਗੰਗੂ ਸ਼ਾਹੀਆਂ ਦਾ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ ਹੈ ਕਿ ਗੰਗੂ ਸ਼ਾਹ ਜੀ ਕਿਵੇਂ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ 'ਚ ਆਏ, ਸਤਿਗੁਰਾਂ ਕੋਲੋਂ ਕਿਰਪਾ ਪ੍ਰਾਪਤ ਕੀਤੀ, ਮੁੜ ਕੇ ਫਿਰ ਸਤਿਗੁਰਾਂ ਤੋਂ ਹੀ ਨਸ਼ੁਕਰਾ ਬਣ ਕੇ ਸਤਿਗੁਰਾਂ ਦੀ ਦਿੱਤੀ ਦਾਤ ਨੂੰ ਭੁਲਾ ਕੇ ਦਾਤ ਨਾਲ ਜੁੜ ਗਿਆ। ਤਾਂ ਸਤਿਗੁਰੂ ਜੀ ਨੇ ਫਿਰ ਆਪਣੀ ਸ਼ਰਨ 'ਚ ਇਹਨੂੰ ਸੱਦ ਲਿਆ। ਇਹਨੂੰ ਆਉਣਾ ਪਿਆ ਟਹਿ ਕੇ। ਤੋ ਇਹਨੂੰ ਕਲਾ ਦੇ ਕੇ ਸਤਿਗੁਰਾਂ ਨੇ ਪਹਾੜ ਦੀ ਰਿਆਸਤ ਵਿੱਚ ਪਹਾੜਾਂ 'ਚ ਭੇਜਿਆ। ਤਾਂ ਉੱਥੇ ਵੀ ਕੁਝ ਸਮੇਂ ਵਾਸਤੇ ਇਹ ਰਿਹਾ ਤੇ ਫਿਰ ਸਤਿਗੁਰਾਂ ਤੋਂ ਬਾਗੀ ਹੋ ਗਿਆ। ਤੋ ਗੰਗੂ ਸ਼ਾਹੀਆਂ ਦਾ ਉਹ ਪ੍ਰਸੰਗ ਆਪ ਜੀ ਨੇ ਸੁਣਿਆ। ਨਰੰਜਨੀਆਂ ਦੀ ਕਥਾ ਸ਼ੁਰੂ ਕੀਤੀ ਹੈ ਭਾਈ ਰਤਨ ਸਿੰਘ ਹੋਣਾ ਨੇ। ਜੰਡਿਆਲਾ ਗੁਰੂ ਕਾ ਨਗਰ ਹੈ ਅੰਮ੍ਰਿਤਸਰ ਸਾਹਿਬ ਦੇ ਨੇੜੇ। ਇਸ ਪਿੰਡ ਦਾ ਰਹਿਣ ਵਾਲਾ ਸੀ ਭਾਈ ਹਿੰਦਾਲ। ਇਹ ਪਹਿਲਾਂ ਸੁਲਤਾਨੀਏ ਸਖੀ ਸਰਵਰ ਦਾ ਪੀਰ ਦਾ ਚੇਲਾ ਸੀ। ਘਰ 'ਚ ਭੁੱਖਮਰੀ ਸੀ। ਪਤਾ ਲੱਗਾ ਕਿ ਗੁਰੂ ਰਾਮਦਾਸ ਸਾਹਿਬ ਦੇ ਲੰਗਰਾਂ 'ਚ ਖੁੱਲੇ ਲੰਗਰ ਮਿਲਦੇ ਆ ਛਕਣ ਨੂੰ। ਤੋ ਸਤਿਗੁਰਾਂ ਦੇ ਚਰਨਾਂ 'ਚ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਗਿਆ। ਲੰਗਰ 'ਚ ਸੇਵਾ ਕਰਨ ਲੱਗਾ ਆਟੇ ਗੁੰਨਣ ਦੀ। ਤੋ ਆਟਾ ਗੁੰਨਦਿਆਂ ਇੱਕ ਦਿਨ ਸਤਿਗੁਰੂ ਜੀ ਆਏ ਤੇ ਸਾਰੀ ਸੰਗਤ ਨੇ ਮੱਥਾ ਟੇਕਿਆ ਤੇ ਇਹਦੇ ਹੱਥ ਆਟੇ ਨਾਲ ਲਿਬੜੇ। ਮਨ 'ਚ ਸੋਚਿਆ ਕਿ ਜੇ ਸਤਿਗੁਰਾਂ ਦੇ ਚਰਨਾਂ ਨੂੰ ਆਟਾ ਲੱਗ ਗਿਆ ਤੇ ਮੈਲੇ ਹੋਣਗੇ ਚਰਨ। ਹੱਥ ਪਿਛਲੇ ਪਾਸੇ ਰੱਖ ਕੇ ਨੇ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਗੁਰੂ ਰਾਮਦਾਸ ਸਾਹਿਬ ਨੇ ਬਸ ਇੰਨੇ ਨਾਲ ਹੀ ਕਿਰਪਾ ਕਰਕੇ ਇਹਨੂੰ ਨਿਹਾਲ ਕੀਤਾ। ਪਰ ਜਿਵੇਂ ਭਾਂਡਾ ਸ਼ੁੱਧ ਨਾ ਹੋਵੇ ਤੇ ਵਿੱਚ ਵਸਤੂ ਪੈ ਜਾਏ ਕੀਮਤੀ, ਤਾਂ ਉਹ ਵਸਤੂ ਦੀ ਕਦਰ ਨਹੀਂ ਹੁੰਦੀ। ਹਿੰਦਾਲ ਇਹ ਵੀ ਭਟਕ ਗਿਆ, ਜੰਡਿਆਲੇ ਆ ਗਿਆ ਵਾਪਸ।
ਉਹਦਾ ਪ੍ਰਸੰਗ ਭਾਈ ਰਤਨ ਸਿੰਘ ਜੀ ਲਿਖ ਰਹੇ ਨੇ, ਕਿਉਂਕਿ ਇਹ ਜਿਹੜੇ ਨਿਰੰਜਨੀਏ ਸੀ ਇਹਨਾਂ ਨੇ ਪੰਥ ਦਾ ਬੜਾ ਨੁਕਸਾਨ ਕੀਤਾ, ਸਿੰਘਾਂ ਦਾ। ਕਿਰਪਾ ਗੁਰੂ ਘਰ ਤੋਂ ਹੀ ਪ੍ਰਾਪਤ ਕੀਤੀ ਤੇ ਗੁਰੂ ਦੇ ਪੰਥ ਨਾਲ ਇਹਨਾਂ ਨੇ ਵਿਰੋਧ ਕਮਾਇਆ। ਇਸੇ ਹਿੰਦਾਲ ਦਾ ਅੱਗੇ ਵੰਸ਼ਜ ਸੀ, ਉਹਦਾ ਨਾਂ ਸੀ ਹਰ ਭਗਤ ਨਿਰੰਜਨੀਆ। ਉਹ ਜਿਹੜਾ ਹਰ ਭਗਤ ਨਿਰੰਜਨੀਆ ਸੀ ਉਹਨੇ ਬੜੇ ਸਿੰਘ ਸ਼ਹੀਦ ਕਰਵਾਏ। ਮੁਖਬਰੀ ਕਰਕੇ ਸਿੰਘਾਂ ਨੂੰ ਫੜਾਉਂਦਾ ਸੀ, ਉਹਦਾ ਵੀ ਜ਼ਿਕਰ ਆ ਰਿਹਾ। ਆਓ ਕੁਝ ਸਮੇਂ ਲਈ ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪਣਾ ਧਿਆਨ ਕੇਂਦਰਿਤ ਕਰਦੇ ਹਾਂ। ਰਸਨਾ ਦੀ ਪਵਿੱਤਰਤਾ ਲਈ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮੁਕਤ ਨਿਆਮਤ ਗੁਰ ਬਚਨ ਕੋ ਰਾਖੀ ਗੈਰ ਗੰਭੀਰ। ਕਹਿੰਦੇ ਮੁਫਤ ਦੇ ਵਿੱਚ ਨਿਆਮਤ ਮਿਲ ਜਾਏ ਨਾ ਗੁਰੂ ਸਾਹਿਬ ਦੇ ਬਚਨਾਂ ਨਾਲ, ਤਾਂ ਕੋਈ ਵਿਰਲਾ ਹੀ ਹੈ ਜਿਹੜਾ ਸਤਿਗੁਰਾਂ ਵੱਲੋਂ ਮਿਲੀ ਹੋਈ ਨਿਆਮਤ ਨੂੰ, ਕਿਉਂਕਿ ਗੁਰੂ ਸਾਹਿਬ ਨੇ ਜਿਹੜੀਆਂ ਵੀ ਨਿਆਮਤਾਂ ਦਿੱਤੀਆਂ ਨੇ ਸਾਨੂੰ ਜਾਂ ਦੇਣੀਆਂ ਨੇ, ਉਹ ਕਿਸੇ ਪ੍ਰਕਾਰ ਦਾ ਮੁੱਲ ਦੇ ਕੇ ਨਹੀਂ ਅਸੀਂ ਲੈ ਸਕਦੇ। ਕੀ ਮੁੱਲ ਦੇਾਂਗੇ? ਜਿਹੜੀਆਂ ਨਿਆਮਤਾਂ ਸਤਿਗੁਰਾਂ ਨੇ ਸਾਨੂੰ ਦਿੱਤੀਆਂ ਸਾਡੇ ਲਈ ਤਾਂ ਮੁਫਤ ਹੀ ਨੇ ਨਾ। ਤੇ ਕਹਿੰਦੇ ਮੁਫਤ ਨਿਆਮਤ ਜੇ ਕਿਸੇ ਨੂੰ ਮਿਲ ਜੇ ਗੁਰੂ ਦੇ ਬਚਨਾਂ ਨਾਲ, ਤਾਂ ਕੋਈ ਵਿਰਲਾ ਹੀ ਗੈਰ ਗੰਭੀਰ ਹੈ ਜਿਹੜਾ ਉਸ ਨਿਆਮਤ ਨੂੰ ਆਪਣ ਸੰਭਾਲ ਕੇ ਰੱਖਦਾ ਹੈ। ਕਨਕ ਕਟੋਰੇ ਬਾਹਿਰੋ ਟਿਕੇ ਨਾ ਬਾਗਨ ਛੀਰ। ਜਿਵੇਂ ਸੋਨੇ ਦੇ ਭਾਂਡੇ ਤੋਂ ਬਿਨਾਂ ਸ਼ੇਰਨੀ ਦਾ ਦੁੱਧ ਕਿਸੇ ਹੋਰ ਭਾਂਡੇ 'ਚ ਨਹੀਂ ਟਿਕਦਾ। ਦੱਸਿਆ ਜਾਂਦਾ ਕਿ ਸ਼ੇਰਨੀ ਦੇ ਦੁੱਧ 'ਚ ਕੋਈ ਇਹੋ ਜਿਹੀ ਤਸੀਰ ਹੁੰਦੀ ਹੈ ਕਿਸੇ ਹੋਰ ਭਾਂਡੇ ਦੇ ਵਿੱਚ ਉਹ ਟਿਕ ਹੀ ਨਹੀਂ ਸਕਦਾ। ਉਹਨੂੰ ਟਿਕਾਉਣ ਲਈ ਸੋਨੇ ਦਾ ਭਾਂਡਾ ਚਾਹੀਦਾ ਹੁੰਦਾ, ਉਹਦੇ 'ਚ ਹੀ ਉਹ ਟਿਕਦਾ। ਸੋਨੇ ਦੇ ਭਾਂਡੇ ਤੋਂ ਬਿਨਾਂ ਜਿਵੇਂ ਸ਼ੇਰਨੀ ਦਾ ਦੁੱਧ ਨਹੀਂ ਨਾ ਟਿਕਦਾ ਕਿਸੇ ਹੋਰ ਭਾਂਡੇ 'ਚ, ਏਦਾਂ ਬਿਨਾਂ ਗੁਰੂ ਦੀ ਕਿਰਪਾ ਤੋਂ ਗੈਰ ਗੰਭੀਰ ਹੋਇਆਂ ਤੋਂ ਗੁਰੂ ਸਾਹਿਬ ਵੱਲੋਂ ਬਖਸ਼ੀ ਹੋਈ ਨਿਆਮਤ ਵੀ ਜਿਹੜੀ ਉਹ ਅੰਦਰ ਟਿਕਦੀ ਨਹੀਂ ਹੈ। ਗੁਰੂ ਸਾਹਿਬ ਜਿਹੜੀ ਵਸਤ ਦਿੰਦੇ ਨੇ ਉਹ ਫਿਰ ਅੰਦਰ ਟਿਕਦੀ ਨਹੀਂ ਜੇ ਗੁਰੂ ਸਾਹਿਬ ਦੀ ਕਿਰਪਾ ਨਾਲ ਨਾ ਵਰਤੇ। ਚੌਪਈ ਦਈ ਸੰਗਤ ਸ਼੍ਰੀ ਗੁਰ ਤੈ ਲਾਈ। ਹਿੰਦਾਲ ਨੂੰ ਮਹਾਰਾਜ ਜੀ ਨੇ ਨਿਹਾਲ ਕੀਤਾ ਤੇ ਬਚਨ ਕੀਤਾ ਵੀ ਜਾ ਤੂੰ ਆਪਣੇ ਇਲਾਕੇ 'ਚ ਚਲਾ ਜਾ ਜੰਡਿਆਲੇ, ਉੱਥੇ ਜਿਹੜੀ ਇਲਾਕੇ ਦੀ ਸੰਗਤ ਹੈ ਉਹਨਾਂ ਨੂੰ ਗੁਰੂ ਘਰ ਨਾਲ ਜੋੜਿਆ ਕਰ, ਪ੍ਰਚਾਰ ਕਰਿਆ ਕਰ। ਆਪਾਂ ਇਦਾਂ ਕਹਿ ਸਕਦੇ ਹਾਂ ਵੀ ਇਹਨੂੰ ਸਤਿਗੁਰਾਂ ਨੇ ਪ੍ਰਚਾਰਕ ਬਣਾ ਕੇ ਭੇਜਿਆ। ਇਹ ਨਿਰੰਜਨੀਏ ਕਿਵੇਂ ਬਣੇ? ਕਿਉਂਕਿ ਜਿਹੜਾ ਹਿੰਦਾਲ ਸੀ ਆਪਣੀ ਰਸਨਾ ਤੋਂ ਹਮੇਸ਼ਾ ਕਹਿੰਦਾ ਸੀ ਨਿਰੰਜਨ ਨਿਰੰਜਨ ਇਹ ਜਾਪ ਜਪਦਾ ਸੀ। ਉੱਥੋਂ ਇਹਨਾਂ ਦੀ ਜਿਹੜੀ ਅੱਲ ਪੈ ਗਈ, ਸੰਪਰਦਾ ਇਹਨਾਂ ਦੀ ਬਣ ਗਈ ਔਰ ਉਹਦਾ ਨਾਂ ਪੈ ਗਿਆ ਨਿਰੰਜਨੀਏ। ਭਾਈ ਹਿੰਦਾਲ ਨੇ ਜਦੋਂ ਮਹਾਰਾਜ ਜੀ ਨੂੰ ਮੱਥਾ ਟੇਕਿਆ ਸੀ ਤੇ ਬਾਹਾਂ ਪਿੱਛੇ ਕਰਕੇ ਨਾ ਮੱਥਾ ਹੁਣ ਵੀ ਕੁਝ ਹੈਣ ਇਹਨਾਂ ਦੇ ਪਰਿਵਾਰਾਂ ਚੋਂ ਉਹ ਨਿਰੰਜਨੀਆਂ ਦੇ ਵਿੱਚ ਹਾਲੇ ਵੀ ਹੱਥ ਪਿੱਛੇ ਕਰਕੇ ਹੀ ਮੱਥਾ ਟੇਕਣ ਦੀ ਪਿਰਤ ਹੈ। ਤੋ ਨਿਰੰਜਨੀਏ ਜਿਹੜੇ ਹਨ ਉਹ ਇਹਨਾਂ ਦਾ ਨਿਰੰਜਨ ਦਾ ਜਾਪ ਕਰਨ ਕਰਕੇ ਇਹਨਾਂ ਦੀ ਅੱਲ ਜਿਹੜੀ ਸੀ ਉਹ ਨਿਰੰਜਨ ਪਈ ਜਾਂ ਨਿਰੰਜਨੀਏ ਇਹਨਾਂ ਨੂੰ ਕਿਹਾ ਜਾਣ ਲੱਗ ਪਿਆ। ਸਤਿਗੁਰੂ ਜੀ ਨੇ ਇਹਨੂੰ ਪ੍ਰਚਾਰਕ ਬਣਾਇਆ ਤੇ ਕੁਝ ਸੰਗਤ ਨੂੰ ਜਿਹੜੀ ਜੰਡਿਆਲੇ ਦੇ ਨੇੜੇ ਤੇੜੇ ਪਿੰਡਾਂ ਦੀ ਸੰਗਤ ਸੀ ਆਖਿਆ ਕਿ ਇਸ ਸਾਰੀ ਸੰਗਤ ਨੂੰ ਤੂੰ ਗੁਰਬਾਣੀ ਦਾ ਆਸ਼ਾ ਦ੍ਰਿੜ ਕਰਾਉਣਾ ਹੈ। ਗਿਰਦ ਜੰਡਾਲੇ 20-30 ਗਿਰਾਏ। ਜੰਡਿਆਲੇ ਦੇ ਨੇੜੇ ਤੇੜੇ ਤਕਰੀਬਨ 20-30 ਪਿੰਡਾਂ ਦੇ ਵਿੱਚ ਮਹਾਰਾਜ ਜੀ ਨੇ ਇਹਨੂੰ ਮੁਖੀ ਬਣਾ ਦਿੱਤਾ। ਜਿਵੇਂ ਸਿੱਖਾਂ ਦੇ ਵਿੱਚੋਂ ਆਗੂ ਬਣਾਉਣਾ ਹੁੰਦਾ ਕਿ ਸਾਰੀ ਸੰਗਤ ਨੂੰ ਜੋੜਨਾ, ਸਾਰੀ ਸੰਗਤ ਦੀ ਕਿਸੇ ਦੀ ਕੋਈ ਦੁੱਖ ਤਕਲੀਫ ਹੋਣੀ ਉਹ ਸੁਣਨੀ ਹੈ। ਇੱਦਾਂ 20-30 ਪਿੰਡ ਜਿਹੜੇ ਸਨ ਜੰਡਿਆਲੇ ਦੇ ਆਲੇ ਦੁਆਲੇ, ਉਹ ਪਿੰਡ
ਹਿੰਦਾਲ ਦੇ ਨਾਲ ਮਹਾਰਾਜ ਜੀ ਨੇ ਜੋੜੇ, ਇਹਨਾਂ ਨੂੰ ਨਾ ਸਾਰਿਆਂ ਦਾ ਆਗੂ ਬਣਾਇਆ। ਇਸੀ ਤੋਰ ਲਈ ਮੱਥੋ ਟਿਕਾਏ। ਪਹਿਲਾਂ ਤਾਂ ਇਹ ਪ੍ਰਚਾਰ ਕਰਦਾ ਰਿਹਾ, ਬਾਅਦ ਵਿੱਚ ਸੰਗਤ ਕੋਲੋਂ ਆਪਣੇ ਆਪ ਨੂੰ ਨੇ ਮੱਥਾ ਟਿਕਾਉਣਾ ਸ਼ੁਰੂ ਕਰ ਦਿੱਤਾ। ਲੋਕ ਆਉਂਦੇ ਆ ਕੇ ਨੂੰ ਮੱਥਾ ਟੇਕਦੇ। ਇਸੀ ਤੋਰ ਆਈ ਅਮਰੇ ਪਾਏ। ਕਹਿੰਦੇ ਇਸੇ ਤਰ੍ਹਾਂ ਇਹਨੇ ਇਹ ਯਤਨ ਕੀਤਾ ਵੀ ਹੁਣ ਇਹ ਸੰਗਤ ਗੁਰੂ ਰਾਮਦਾਸ ਜੀ ਕੋਲ ਨਾ ਜਾਵੇ, ਇਹ ਹੁਣ ਸਾਰੇ ਮੇਰੇ ਕੋਲ ਹੀ ਆਇਆ ਕਰਨ, ਇਸੇ ਤੌਰ ਮੇਰੇ ਕੋਲ ਆ ਕੇ ਮੱਥਾ ਟੇਕਿਆ ਕਰਨ। ਮਤ ਕਤ ਬੈ ਆਪੇ ਗੁਰ ਹੋਏ। ਔਰ ਇਹਦੇ ਮਨ ਵਿੱਚ ਇਹ ਵੀ ਸੀ ਕਿ ਮੈਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਹ ਵੀ ਪਤਾ ਸੀ ਵੀ ਇਹਨੇ ਜਾ ਕੇ ਗੁਰੂ ਬਣ ਕੇ ਬੈਠਣਾ। ਹੋਏ ਜਾਵੇ ਫਿਰ ਸਿੱਖਿਓ ਅਟੋਏ। ਸਤਿਗੁਰੂ ਜੀ ਨੇ ਪਹਿਲਾਂ ਹੀ ਕਹਿ ਦਿੱਤਾ ਸੀ, ਹਿੰਦਾਲ ਕਿਤੇ ਗੁਰੂ ਬਣ ਕੇ ਨਾ ਬਹਿ ਜਾਈਂ, ਕਿ ਲੋਕਾਂ ਨੂੰ ਕਹੇ ਵੀ ਮੈਂ ਹੀ ਗੁਰੂ ਆ। ਗੁਰੂ ਨਾਨਕ ਸਾਹਿਬ ਨੇ ਤੇ ਸਤਿਗੁਰਾਂ ਦੇ ਘਰ ਨਾਲ ਜੋੜਨਾ ਸਾਰਿਆਂ ਨੂੰ, ਤੇ ਜੇ ਤੂੰ ਆਪ ਗੁਰੂ ਬਣ ਕੇ ਬਹਿ ਗਿਆ ਤੇ ਸਿੱਖੀ ਤੋਂ ਵੀ ਜਾਂਦਾ ਰਹੇਗਾ। ਇਹ ਬਚਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਪਹਿਲਾਂ ਹੀ ਕਹਿ ਦਿੱਤੇ ਸੀ। ਸਤਿਗੁਰੂ ਜਾਣਦੇ ਸਨ ਕਿ ਨੇ ਕਰਤੂਤ ਕਰਨੀ ਹੈ। ਵਾਹਿਗੁਰੂ ਤਨ ਗੁਰ ਜਾਪ ਜਪਾਇਓ। ਔਰ ਨਾਲ ਇਹ ਵੀ ਹੁਕਮ ਕੀਤਾ ਕਿ ਸਾਰੀ ਸੰਗਤ ਕੋਲੋਂ ਵਾਹਿਗੁਰੂ ਦਾ ਜਾਪ ਜਪਾਉਣਾ। ਕੋਈ ਨਵਾਂ ਨਾਂ ਨਾ ਦੇਈ, ਜਿਵੇਂ ਆਪ ਨਿਰੰਜਨ ਕਰਦਾ ਫਿਰਨਾ ਤੇ ਦੂਜਿਆਂ ਨੂੰ ਵੀ ਕਹੇ ਵੀ ਨਿਰੰਜਨ ਜਾਪ ਜਪੋ। ਮਹਾਰਾਜ ਜੀ ਕਹਿੰਦੇ ਗੁਰ ਮੰਤਰ ਗੁਰਸਿੱਖਾਂ ਲਈ ਵਾਹਿਗੁਰੂ ਹੈ, ਇਸ ਕਰਕੇ ਵਾਹਿਗੁਰੂ ਗੁਰਮੰਤਰ ਦਾ ਜਾਪ ਜਪਾਉਣਾ। ਯੋ ਸਤਿਗੁਰੂ ਸ ਬਚਨ ਫਰਮਾਇਓ। ਇਹ ਬਚਨ ਮਹਾਰਾਜ ਜੀ ਨੇ ਭਾਈ ਹਿੰਦਾਲ ਨੂੰ ਫਰਮਾਏ। ਬਕਾਇਦਾ ਉਹਦੀ ਇਹ ਜ਼ਿੰਮੇਵਾਰੀ ਡਿਊਟੀ ਲਾਈ ਵੀ 30 ਪਿੰਡਾਂ ਵਿੱਚ ਨਾਮ ਜਪਾਉਣਾ, ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਨਾ। ਦੋਹਰਾ ਵੋ ਮੁਖਤ ਨਿਆਮਤ ਬੇਕਦਰ ਸਕਿਓ ਨ ਸੋ ਪਚਾਏ। ਹੁਣ 20-23 ਪਿੰਡਾਂ ਦੀ ਜਥੇਦਾਰੀ ਇੱਕ ਪ੍ਰਕਾਰ ਦੀ ਮਿਲ ਗਈ, ਇਹਨੂੰ ਆਗੂ ਬਣ ਗਿਆ। ਉਹ ਵੀ ਇੱਕ ਦਿਨ 'ਚ ਸਿਰਫ ਮੱਥਾ ਟੇਕਣ, ਉਹ ਵੀ ਇਹ ਮਨ 'ਚ ਭਾਵਨਾ ਕੀਤੀ ਵੀ ਗੁਰੂ ਸਾਹਿਬ ਦੇ ਚਰਨਾਂ ਨੂੰ ਆਟਾ ਨਾ ਲੱਗ ਜਾਏ। ਇੰਨੇ ਕੁ ਨਾਲ ਹੀ ਮਹਾਰਾਜ ਜੀ ਨੇ ਏਡੀ ਵੱਡੀ ਪਦਵੀ ਦੇ ਦਿੱਤੀ, 30 ਪਿੰਡਾਂ ਦੀ ਜਰਨੈਲੀ ਮਿਲ ਗਈ ਇਹਨੂੰ। ਪਰ ਉਹ ਨਿਆਮਤ ਜਿਵੇਂ ਮੁਫਤ ਮਿਲੀ ਸੀ ਨਾ, ਕੋਈ ਘਾਲਣਾ ਨਹੀਂ ਸੀ ਘਾਲੀ, ਕੋਈ ਮਸ਼ੱਕਤ ਨਹੀਂ ਸੀ ਕੀਤੀ। ਇਹਨੇ ਬੇਕਦਰੀ ਕੀਤੀ ਸਤਿਗੁਰਾਂ ਦੀ ਬਖਸ਼ੀ ਨਿਆਮਤ ਦੀ। ਬੇਕਦਰ ਸਕਿਓ ਨਾ ਸੋ ਪਚਾਏ। ਬੇਕਦਰਾ ਹੋਇਆ, ਮਹਾਰਾਜ ਜੀ ਦੀ ਦਾਤ ਨੂੰ ਪਚਾ ਨਹੀਂ ਸਕਿਆ, ਹਜਮ ਨਹੀਂ ਕਰ ਸਕਿਆ, ਇਦਾਂ ਕਹਿ ਸਕਦੇ ਆ, ਜਰ ਨਹੀਂ ਸਕਿਆ। ਬਾਂਦਰ ਨੂੰ ਮਾਣਕ ਮਿਲ ਜਾਏ, ਉਹਨੂੰ ਕੀ ਪਤਾ ਵੀ ਇਹ ਮਾਣਕ ਹੈ। ਭਾਈ ਗੁਰਦਾਸ ਦੇ ਬਚਨ ਨੇ ਨਾ, ਰਤਨਮਈ ਗਲ ਬਾਂਦਰ ਕਿ ਹੁਕੀਮ ਨ ਜਾਣੈ, ਗੁਜਰ ਗੁਰਸੂ ਵੇਚ ਕੈ ਕਰ ਸੂੜੀ ਆਣੈ, ਨਾਭ ਕਥੂਰੀ ਮਿਰਗ ਦੇ ਫਿਰਦਾ ਤਿੰਘਾਣੈ। ਬਾਂਦਰ ਦੇ ਗਲ 'ਚ ਕਿਸੇ ਨੇ ਰਤਨ ਪਾ ਦਿੱਤਾ, ਬਾਂਦਰ ਫਿਰ ਟਪੂਸ਼ੀਆਂ ਮਾਰੀ ਜਾਵੇ, ਉਹਨੂੰ ਕੀ ਪਤਾ ਵੀ ਇਹ ਰਤਨ ਬੜਾ ਕੀਮਤੀ ਹੁੰਦਾ। ਕਿਸੇ ਘੁਮਿਆਰ ਨੂੰ ਹੀਰਾ ਲੱਭਾ ਤੇ ਉਹਨੇ ਚਮਕਦਾ ਵੇਖ ਕੇ ਤੇ ਆਪਣੇ ਗਧੇ ਦੇ ਗਲ 'ਚ ਪਾ ਦਿੱਤਾ। ਤੁਰਿਆ ਜਾਵੇ, ਇੱਕ ਦਿਨ ਕੋਈ ਪਾਰਖੀ ਜੌਹਰੀ ਮਿਲ ਗਿਆ। ਉਹਨੇ ਵੇਖਿਆ ਏਡਾ ਕੀਮਤੀ ਹੀਰਾ ਤੇ ਇਹਨੇ ਗਧੇ ਦੇ ਗਲ 'ਚ ਪਾਇਆ। ਕਹਿੰਦਾ ਘੁਮਿਆਰ ਨੂੰ, ਇਹ ਪੱਥਰ ਵੇਚਣਾ। ਘੁਮਿਆਰ ਨੇ ਸੋਚਿਆ ਵੀ ਚੰਗੇ 2 ਪੈਸੇ ਵੱਟੇ ਜਾਣੇ, ਕਹਿੰਦਾ 5 ਰੁਪਏ ਲਵਾਂਗਾ। ਉਹ ਭਾਅ ਤੋਲ ਕਰਨ ਲੱਗ ਪਿਆ। ਜੌਹਰੀ ਹੈ ਉਹ ਲੱਖਾਂ ਦਾ ਹੀਰਾ, ਕਹਿੰਦਾ ਨਹੀਂ 5 ਜ਼ਿਆਦਾ ਨੇ, ਰੁਪਈਏ 2 ਦਿਆਂਗਾ। ਕਹਿੰਦਾ ਚੱਲ ਲਿਆ 2 ਹੀ ਦੇ ਦੇ। ਘੁਮਿਆਰ ਨੂੰ ਤਾਂ ਰਾਹ 'ਚ ਲੱਭਾ ਸੀ। ਉਹ ਹੀਰਾ ਜਦੋਂ ਜੌਹਰੀ ਦੇ ਹੱਥ ਵਿੱਚ ਉਹਨੇ ਦਿੱਤਾ ਨਾ, ਤੇ ਉਹਦੇ ਹੱਥ ਵਿੱਚ ਆਉਂਦੇ ਹੀ ਟੁੱਟ ਕੇ ਕੈਂਕਰਾਂ ਹੋ ਗਿਆ। ਜੌਹਰੀ ਕਹਿੰਦਾ ਵੀ ਇਹ ਕੀ ਗੱਲ? ਉਹ ਕਹਿੰਦਾ ਵੀ ਉਹ ਤਾਂ ਬੇਕਦਰ ਸੀ, ਉਹਨੂੰ ਤਾਂ ਪਤਾ ਨਹੀਂ ਸੀ ਵੀ ਮੈਂ ਹੀਰਾ। ਤੂੰ ਤਾਂ ਜੌਹਰੀ ਸੀ, ਤੈਨੂੰ ਤਾਂ ਪਰਖ ਸੀ। ਮੈਂ ਅੱਜ ਇਸ ਕਰਕੇ ਟੁੱਟ ਕੇ ਕੈਂਕਰ ਹੋ ਗਿਆ ਕਿ ਤੂੰ ਵੀ ਮੇਰੀ ਬੇਕਦਰੀ ਕੀਤੀ।
ਤੋ ਬੇਕਦਰ ਆਦਮੀ ਨੂੰ ਕੋਈ ਵਸਤੂ ਮਿਲ ਜਾਏ ਉਹਦੀ ਵੀ ਬੇਕਦਰੀ ਕਰਦਾ, ਉਹ ਇਹ ਨਹੀਂ ਸਮਝਦਾ ਵੀ ਕਿੱਡੀ ਵੱਡੀ ਅਮੋਲਕ ਦਾਤ ਹੈ ਜਿਹੜੀ ਇਹ ਸਾਨੂੰ ਪ੍ਰਾਪਤ ਹੋਈ। ਹਿੰਦਾਲ ਨੂੰ ਮਿਲ ਗਈ, ਪਰ ਇਸ ਬੇਕਦਰੇ ਨੇ ਸਤਿਗੁਰਾਂ ਦੀ ਉਸ ਬਖਸ਼ੀ ਦਾਤ ਨੂੰ ਆਪਣੇ ਹਿਰਦੇ ਵਿੱਚ ਪਚਾ ਨਹੀਂ ਸਕਿਆ, ਇਹ ਜਰ ਨਹੀਂ ਸਕਿਆ। ਜਿਉ ਗਦੇ ਬਗੰਬਰ ਲੱਭਿਓ, ਖਾਏ ਖੇਤੀ ਪ੍ਰਾਈ ਡਰਾਏ। ਭਾਈ ਸਾਹਿਬ ਇੱਕ ਹੋਰ ਉਦਾਹਰਣ ਦਿੰਦੇ, ਕਹਿੰਦੇ ਗਧੇ ਨੂੰ ਇੱਕ ਸ਼ੇਰ ਦੀ ਖੱਲ ਲੱਭ ਗਈ, ਉਹਨੇ ਤਨ ਤੇ ਮੜ ਲਈ। ਜਦੋਂ ਤਨ ਦੇ ਉੱਤੇ ਮੜ ਲਈ ਤੇ ਲੈ ਕੇ ਤਨ ਤੇ ਲੋਕਾਂ ਦੇ ਪਰਾਏ ਖੇਤ ਉਹਨਾਂ ਨੂੰ ਡਰਾ ਡਰਾ ਕੇ ਖਾਣ ਲੱਗਾ। ਪਰ ਹੁਣ ਗਧੇ ਤੇ ਭਾਵੇਂ ਬਗੰਬਰ ਚੜ ਵੀ ਜਾਏ, ਉਹ ਸ਼ੇਰ ਥੋੜੀ ਬਣ ਜਾਏਗਾ। ਜੇ ਸ਼ੇਰ ਦੀ ਖੱਲ 'ਚ ਮੜ ਦਿਓ ਗਧੇ ਨੂੰ ਤਾਂ ਉਹ ਤਾਂ ਵੀ ਸ਼ੇਰ ਨਹੀਂ ਬਣਦਾ। ਉਹ ਹਾਲਤ ਇਹਦੀ ਸੀ। ਚੋਪਈ ਐਸੋ ਆਏ ਜਗਤ ਕੋਈ ਕੋਈ। ਕਹਿੰਦੇ ਇਹੋ ਜਿਹਾ ਤਾਂ ਜਗਤ ਵਿੱਚ ਕੋਈ ਹੋਵੇਗਾ। ਬਿਬੋ ਪਾਏ ਜਿਸ ਗਰਭ ਨਾ ਹੋਈ। ਜਿਸ ਨੂੰ ਵਡਿਆਈ ਮਿਲੇ ਤੇ ਹੰਕਾਰ ਨਾ ਆਵੇ। 15-20 ਬੰਦਿਆਂ ਦੀ ਕੋਈ ਜ਼ਿੰਮੇਵਾਰੀ ਮਿਲ ਜੇ ਨਾ, ਵੀ ਉਹਨਾਂ ਦੀ ਜਰਨੈਲੀ ਮਿਲ ਜੇ, ਬੰਦਾ ਉਹਦੇ 'ਚ ਨਹੀਂ ਮਾਣ ਹੁੰਦਾ ਵੀ 20 ਬੰਦੇ ਮੇਰੀ ਆਗਿਆ 'ਚ ਚੱਲਦੇ ਆ, 20 ਨੌਕਰ ਨੇ। ਹੁਣ ਇੱਥੇ ਤਾਂ 30 ਪਿੰਡ ਦੇ ਅਧੀਨ ਕਰਤੇ ਸੀ ਗੁਰੂ ਰਾਮਦਾਸ ਸਾਹਿਬ ਨੇ, ਤੇ ਇਹ ਕਿਵੇਂ ਜਰਦਾ ਇਸ ਵਡਿਆਈ ਨੂੰ। ਕਹਿੰਦੇ ਕੋਈ ਵਿਰਲਾ ਹੀ ਹੈ ਜਿਹਨੂੰ ਵਡਿਆਈ ਮਿਲੇ ਤੇ ਉਸ ਵਡਿਆਈ ਨੂੰ ਜਰ ਸਕੇ। ਹਾਂਜੀ, ਉਸ ਮੂਰਖ ਕੋ ਗਰਭਾ ਆਇਓ। ਇਸ ਮੂਰਖ ਨੂੰ ਵੀ ਹੰਕਾਰ ਆ ਗਿਆ ਕਿ 30 ਪਿੰਡ ਆ ਕੇ ਉਹ ਤਾਂ ਝੁਕਦੇ ਇਹਦੇ ਅੱਗੇ ਵੀ ਗੁਰੂ ਰਾਮਦਾਸ ਜੀ ਨੇ ਇਹਦੀ ਜ਼ਿੰਮੇਵਾਰੀ ਲਾਈ। ਇਹ ਆਖੇ ਵੀ ਮੇਰੀ ਪੂਜਾ ਹੋਣ ਲੱਗ ਪਈ ਹੈ, ਮੇਰੇ ਹੁਕਮ 'ਚ ਚੱਲਦੇ ਨੇ। ਦੇਣ ਵਾਰੋ ਉਨ ਗੁਰੂ ਭੁਲਾਇਓ। ਦੇਣ ਵਾਲੇ ਦਾਤੇ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਇਹਨੇ ਭੁਲਾ ਦਿੱਤਾ। ਕਹਿ ਪਿਛਲ ਦਿਓ ਅਬ ਹੈ ਹਮ ਲੀਆ। ਕਹਿਣ ਲੱਗਾ ਵੀ ਇਹ ਵਡਿਆਈ ਕੋਈ ਮੈਨੂੰ ਗੁਰੂ ਸਾਹਿਬ ਨੇ ਅਹਿਸਾਨ ਵਜੋਂ ਨਹੀਂ ਦਿੱਤੀ, ਇਹ ਵਡਿਆਈ ਮੈਂ ਪਹਿਲਾਂ ਉਹਨਾਂ ਨੂੰ ਪਿਛਲੇ ਜਨਮ 'ਚ ਦਿੱਤੀ ਸੀ, ਉਹਨਾਂ ਨੇ ਬਦਲ ਕੇ ਹੁਣ ਮੈਨੂੰ ਇਸ ਜਨਮ 'ਚ ਦੇ ਦਿੱਤੀ ਹੈ। ਇੱਥੋਂ ਤੱਕ ਬੋਲਣ ਲੱਗ ਪਿਆ ਹਿੰਦਾਲ। ਕਹਿੰਦਾ ਇਹ ਮੇਰੀ ਦਿੱਤੀ ਵਡਿਆਈ ਮੈਨੂੰ ਮਿਲੀ ਹੈ। ਦੇਣ ਜੋਗ ਗੁਰ ਕਿਨ ਥੋ ਕੀਆ। ਕਹਿੰਦਾ ਗੁਰੂ ਜੀ ਨੂੰ ਕਿਹਨੇ ਦੇਣ ਯੋਗ ਬਣਾਇਆ। ਕਹਿੰਦਾ ਮੈਂ ਉਹਨਾਂ ਨੂੰ ਦਿੱਤੀ ਸੀ ਵਡਿਆਈ, ਉਹਨਾਂ ਨੇ ਮੈਨੂੰ ਦੇ ਦਿੱਤੀ ਆ ਵਾਪਸ। ਗੁਰੂ ਨੂੰ ਦੇਣ ਯੋਗ ਕਿਹਨੇ ਬਣਾਇਆ, ਯਾਨੀ ਕਿ ਮੈਂ ਹੀ ਬਣਾਇਆ ਦੇਣ ਯੋਗ। ਏਦਾਂ ਬੋਲਣ ਲੱਗ ਪਿਆ ਹਿੰਦਾਲ। ਗੁਰੂ ਤਾਲੋਨ ਸੁਣ ਚਿਣਵਾਇਓ। ਇਹਨੂੰ ਪਤਾ ਲੱਗਾ ਵੀ ਉੱਥੇ ਗੁਰੂ ਰਾਮਦਾਸ ਜੀ ਨੇ ਸਰੋਵਰ ਬਣਾਇਆ ਅੰਮ੍ਰਿਤਸਰ ਸਾਹਿਬ, ਤੇ ਬੜੀ ਸੰਗਤ ਜਾਂਦੀ ਹੈ। ਇਹਨੇ ਕੀ ਕੀਤਾ, ਇਹਨੇ ਆਪਣੇ ਪਿੰਡ ਦੇ ਵਿੱਚ ਇੱਕ ਵੱਖਰਾ ਸਰੋਵਰ ਬਣਾ ਲਿਆ। ਕਹਿੰਦਾ ਇਹ ਵੀ ਅੰਮ੍ਰਿਤਸਰ ਹੈ, ਇਹ ਵੀ ਅੰਮ੍ਰਿਤ ਤਾਲ ਹੈ। ਗੁਰੂ ਅਰਜਨ ਸਾਹਿਬ ਦੇ ਵੇਲੇ ਤੱਕ ਵੀ ਇਹ ਬਾਅਦ 'ਚ ਵੀ ਰਿਹਾ। ਸਰੋਵਰ ਦੀ ਮਹਿਮਾ ਪ੍ਰਗਟ ਹੋਈ। ਇਹਨੇ ਰੀਸ ਕਰਕੇ ਨਾ ਅੰਮ੍ਰਿਤਸਰ ਸਰੋਵਰ ਦੀ ਆਪਣੇ ਪਿੰਡ ਜਿਹੜਾ ਜੰਡਿਆਲਾ ਗੁਰੂ ਕਾ, ਇਹਨੇ ਆਪਣੇ ਨਾਂ ਤੇ ਗੁਰੂ ਕਾ ਇਹਦੇ ਤੋਂ ਸਦੀ, ਕਿਉਂਕਿ ਗੁਰੂ ਕਾ ਆਉਂਦਾ ਸੀ ਨਾ, ਤੇ ਜੰਡਿਆਲਾ ਗੁਰੂ ਕਾ ਇਹਦੇ ਤੋਂ ਸਦੀਣ ਲੱਗ ਪਿਆ। ਇਹਨੇ ਇੱਕ ਛੱਪੜੀ ਜੀ ਬਣਾਈ ਆਪਣੇ ਪਿੰਡ 'ਚ, ਗੁਰੂ ਸਾਹਿਬ ਜੀ ਦੇ ਪਾਵਨ ਸਰੋਵਰ ਦੀ ਬਰਾਬਰੀ ਕਰਕੇ। ਘਰ ਕੀ ਛਪੜੀ ਨਾਉ ਗੰਗਾ ਤਰਾਇਓ। ਇਹਨੇ ਘਰ ਦੇ ਵਿੱਚ ਉਹ ਨੇੜੇ ਜਿੱਥੇ ਦਾ ਘਰ ਸੀ ਪਿੰਡ ਦਾ, ਜਿਵੇਂ ਟੋਭਾ ਜਿਹਾ ਹੁੰਦਾ, ਉਹਦਾ ਨਾਂ ਕਹਿੰਦਾ ਇਹ ਗੰਗਾ ਹੈ, ਮੈਂ ਇੱਥੇ ਪ੍ਰਗਟ ਕਰ ਦਿੱਤੀ ਆ ਲੋਕਾਂ ਨੂੰ। ਕਹਿੰਦਾ ਇਹ ਗੰਗਾ ਹੈ, ਇਹ ਮੈਂ ਗੰਗਾ ਇੱਥੇ ਪ੍ਰਗਟ ਕਰ ਦਿੱਤੀ। ਗੰਗਾ ਦਾ ਸੋਮਾ ਇਹਦੇ 'ਚ ਫੁੱਟਦਾ। ਪਖੰਡ ਨਾ ਬੜੀ ਛੇਤੀ ਫੈਲਦਾ ਹੁੰਦਾ, ਤੇ ਪਖੰਡ ਨੂੰ ਵੇਖ ਕੇ ਬੜੇ ਬੜੇ ਲੋਕ ਗੁੰਮਰਾਹ ਹੁੰਦੇ ਆ। ਇਹ ਤਾਂ ਉਹਨਾਂ ਵੇਲਿਆਂ ਦੇ ਬਚਨ ਨੇ ਜਦੋਂ ਲੋਕ ਭੋਲੇ ਸੀ। ਅੱਜ ਪੜ੍ਹੇ ਲਿਖੇ ਵੀ ਸ਼ਿਕਾਰ ਹੋ ਜਾਂਦੇ ਆ, ਪਖੰਡ ਦੇ ਗੁਲਾਮ ਹੋ ਜਾਂਦੇ ਆ। ਅੱਜ ਦਾ ਸਮਾਜ ਜਿੰਨਾ ਤਰੱਕੀ ਕਰ ਗਿਆ, ਪਰ ਪਖੰਡ ਤਾਂ ਹੁਣ ਵੀ ਕੋਈ ਵਿਖਾਵੇ ਤੇ ਮਿੰਟਾਂ 'ਚ ਵਰਗਲਾ ਲੈਂਦੇ ਆ। ਕਿੱਡੇ ਕਿੱਡੇ ਪਖੰਡੀਆਂ ਦੀਆਂ ਦੁਕਾਨਾਂ ਚੱਲਦੀਆਂ ਨਹੀਂ ਹੁਣ। ਉਹ ਕਹਿ ਨਹੀਂ ਦਿੰਦੇ ਫਲਾਣੀ ਥਾਂ ਤੇ ਤੁਹਾਡੀ ਕਿਰਪਾ ਰੁਕੀ, ਉੱਥੋਂ ਚੱਲੇਗੀ, ਆਹ ਕੰਮ ਕਰੋ। ਚਟੜੀਆਂ ਖਵਾ ਖਵਾ ਕੇ ਲਾਲ ਰੰਗ ਦੀ ਕਿਰਪਾ ਸ਼ੁਰੂ ਕਰਾ ਦਿੰਦੇ ਆ। ਕਿੰਨੇ ਪਖੰਡ ਚੱਲਦੇ ਆ ਸਮਾਜ 'ਚ। ਔਰ ਪੜ੍ਹੇ ਲਿਖੇ ਯੁੱਗ ਦੇ ਵਿੱਚ, ਜਿਹਨੂੰ ਕਹਿੰਦੇ ਵਿਗਿਆਨ ਦਾ ਯੁੱਗ ਹੈ, ਕਿੰਨੀ ਕੁ ਤਰੱਕੀ ਕੀਤੀ ਭਾਈ। ਸੁਰਤ ਤਾਂ ਉੱਥੇ ਦੀ ਉੱਥੇ ਹੈ। ਇਹਨੇ ਆਪਣੇ ਪਿੰਡ ਦੇ ਵਿੱਚ ਇੱਕ ਨਿੱਕੀ ਜਿਹੀ ਛੱਪੜੀ ਤੇ ਉਹਦਾ ਨਾਂ ਹੀ ਗੰਗਾ ਧਰ ਦਿੱਤਾ। ਕਹਿੰਦਾ ਇਹ ਗੰਗਾ ਹੈ,
ਪਵਿੱਤਰ ਗੰਗਾ, ਗੰਗਾ ਦਾ ਸੋਮਾ ਮੈਂ ਇਹਦੇ ਚੋਂ ਪੈਦਾ ਕਰ ਦਿੱਤਾ ਹੈ। ਗਊ ਹਤਿਆਰਨ ਮਿਲਾਵੇ ਨੁਲਾਏ। ਇੱਥੋਂ ਤੱਕ ਕਹਿੰਦਾ ਇਹ ਇੰਨੀ ਪਵਿੱਤਰ ਹੈ ਵੀ ਗਊ ਦੀ ਹੱਤਿਆ ਦਾ ਪਾਪ ਨਹੀਂ ਧੋਤਾ ਜਾਂਦਾ ਗੰਗਾ 'ਚ। ਕਹਿੰਦਾ ਇੱਥੇ ਆ ਕੇ ਨਹਾਓਗੇ ਤੇ ਗਊ ਹੱਤਿਆ ਦਾ ਪਾਪ ਵੀ ਲੈ ਜਾਏਗਾ। ਹੁਣ ਜਿਹੜੇ ਗਊਆਂ ਮਾਰਨ ਵਾਲੇ ਸੀ ਦਿਨੇ ਗਊਆਂ ਮਾਰਿਆ ਕਰਨ, ਸ਼ਾਮ ਨੂੰ ਆ ਕੇ ਇਹਦੇ ਕੋਲ ਕਹਿੰਦੇ ਜੀ ਬਾਬਾ ਜੀ ਅਸੀਂ ਆਏ ਆ। ਕਹਿੰਦਾ ਕਰੋ ਇਸ਼ਨਾਨ ਬਈ, ਇਹ ਗਊ ਹੱਤਿਆ ਦਾ ਪਾਪ ਲੈ ਜਾਏਗਾ ਤੁਹਾਡਾ। ਏਦਾਂ ਉਹਨਾਂ ਨੂੰ ਵੀ ਇਹਨੇ ਨਿਭਾਉਣਾ ਸ਼ੁਰੂ ਕਰ ਦਿੱਤਾ। ਉਨ ਚੱਕਿਓ ਸ਼ਰੀਕੋ ਗੁਰ ਇਤਦਾਏ। ਔਰ ਇਧਰ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਨਾਲ ਇਹਨੇ ਸ਼ਰੀਕਾ ਪਾ ਲਿਆ। ਸ਼ਰੀਕ ਬਣ ਗਿਆ ਕਿ ਸਤਿਗੁਰਾਂ ਦਾ ਸ਼ਰੀਕ ਬਣ ਗਿਆ। ਜੈਸੇ ਰਬ ਕੇ ਤੇਜ ਤੇ, ਕਲਗੀਧਰ ਦੇ ਬਚਨ ਨੇ 10ਵੇਂ ਪਾਤਸ਼ਾਹ ਦੇ। ਮਹਾਰਾਜ ਜੀ ਕਹਿੰਦੇ ਜੈਸੇ ਰਬ ਕੇ ਤੇਜ ਤੇ ਰੇਤ ਅਧਕ ਤਪਤਾਏ। ਸੂਰਜ ਦੀ ਤਪਸ਼ ਪੈਂਦੀ ਤੇ ਰੇਤ ਵੀ ਤਪਣ ਲੱਗ ਪੈਂਦੀ। ਰੱਬ ਬਲ ਕਛੂ ਨਾ ਜਾਣਹੀਂ ਆਪਨ ਹੀ ਗਰਬਾਏ। ਉਹ ਰੇਤ ਸੂਰਜ ਨਾਲ ਤਪੀ ਹੋਈ, ਕਹਿੰਦੀ ਮੈਂ ਬੜੀ ਸਾੜਨ ਵਾਲੀ ਤਪਣ ਵਾਲੀ ਆ। ਉਹ ਸੂਰਜ ਦੇ ਪ੍ਰਤਾਪ ਨੂੰ ਨਹੀਂ ਜਾਣਦੀ, ਕਹਿੰਦੀ ਮੈਂ ਖੁਦ ਤਪੀ। ਤਪੀ ਦਾ ਸੂਰਜ ਕਰਕੇ, ਪਰ ਉਹ ਸੂਰਜ ਨੂੰ ਨਹੀਂ ਸਮਝਦੀ। ਇਸੇ ਤਰ੍ਹਾਂ ਗੁਰੂ ਰਾਮਦਾਸ ਜੀ ਕੋਲੋਂ ਲੈ ਕੇ ਦਾਤਾਂ ਤੇ ਸਤਿਗੁਰਾਂ ਦਾ ਹੀ ਸ਼ਰੀਕ ਬਣ ਗਿਆ। ਕਹਿੰਦਾ ਮੈਂ ਵੀ ਤਾਕਤਵਰ ਹਾਂ, ਮੇਰੇ ਕੋਲ ਵੀ ਸ਼ਕਤੀ ਹੈ। ਏਦਾਂ ਸਤਿਗੁਰਾਂ ਦੇ ਨਾਲ ਇਹਨੇ ਸ਼ਰੀਕਾ ਪਾ ਲਿਆ। ਔਰ ਗੁਰ ਲੋਪੀਓ ਇਉਂ ਬਤਾਈ। ਫਿਰ ਗੁਰੂ ਲੋਪੀ ਹੋ ਗਿਆ, ਕਿਉਂਕਿ ਗੁਰੂ ਰਾਮਦਾਸ ਜੀ ਨੂੰ ਆਪਣਾ ਗੁਰੂ ਨਹੀਂ ਸੀ ਮੰਨਦਾ। ਦੁਨੀਆ ਵਿੱਚ ਸਭ ਤੋਂ ਵੱਡਾ ਅਗਰ ਕੋਈ ਵਜਰ ਪਾਪੀ ਹੈ ਨਾ, ਤੇ ਵਜਰ ਪਾਪੀ ਉਹ ਹੈ ਜਿਹੜਾ ਆਪਣਾ ਗੁਰੂ ਲੁਕੋਵੇ ਕਿ ਮੇਰਾ ਗੁਰੂ ਕੋਈ ਨਹੀਂ। ਗੁਰੂ ਜਿਹਦੇ ਕੋਲ ਦਾਤ ਉਹਨੂੰ ਲੁਕੋ ਦੇਵੇ, ਉਹ ਦੁਨੀਆ ਵਿੱਚ ਸਭ ਤੋਂ ਵੱਡਾ ਵਜਰ ਪਾਪੀ ਹੈ। ਹਿੰਦਾਲ ਵੀ ਗੁਰੂ ਲੋਪੀ ਹੋ ਗਿਆ। ਕਹਿੰਦਾ ਗੁਰੂ ਰਾਮਦਾਸ ਜੀ ਨੇ ਥੋੜੀ ਕਿਰਪਾ ਕੀਤੀ ਹੈ ਮੇਰੇ ਤੇ। ਹਾਂਜੀ, ਭਇਓ ਨਿਰੰਜਨਿਓ ਨਾਮ ਸਿੱਖੀ ਮਿਟਾਈ। ਇਹਨੇ ਆਪਣਾ ਨਾਮ ਨਿਰੰਜਨੀਆਂ ਸਦਾ ਲਿਆ। ਨਿਰੰਜਨ ਨਿਰੰਜਨ ਕਹਿੰਦਾ ਸੀ, ਹਾਲਾਂਕਿ ਨਿਰੰਜਨ ਨਾਮ ਤਾਂ ਮਾੜਾ ਨਹੀਂ, ਰੱਬ ਦਾ ਨਾਂ ਹੈ, ਪਰਮੇਸ਼ਰ ਦਾ ਨਾਂ ਸਤਿਗੁਰਾਂ ਨੇ ਲਿਆ। ਨਿਰੰਜਨ ਕਹਿ ਕੇ ਪਰਮੇਸ਼ਰ ਨੂੰ ਸੰਬੋਧਨ ਕੀਤਾ। ਪਰ ਇਹਨੇ ਕੀ ਕਿਹਾ? ਕਹਿੰਦਾ ਅਸੀਂ ਸਿੱਖ ਨਹੀਂ, ਜਿੰਨੇ ਵੀ ਮੇਰੇ ਕੋਲ ਆਉਂਦੇ ਉਹ ਸਾਰਿਆਂ ਨੇ ਆਪਣੇ ਆਪ ਨੂੰ ਨਿਰੰਜਨੀਏ ਕਹਾਉਣਾ। ਉੱਥੋਂ ਫਿਰ ਇਹ ਚੱਲੇ ਨਿਰੰਜਨੀਏ। ਇਹਨਾਂ ਦੀ ਸੰਪਰਦਾ ਜਿਹੜੀ ਹੈ ਏਦਾਂ ਇਹਨੇ ਆਪਣੀ ਵੱਖਰੀ ਕਰਕੇ ਚਲਾਈ। ਸ਼੍ਰੀ ਨਾਨਕ ਕੈ ਜਨ ਕੇ ਅਵਤਾਰ। ਇਹਨੇ ਹੋਰ ਇੱਥੋਂ ਤੱਕ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਕਹਿੰਦਾ ਵੀ ਉਹ ਤਾਂ ਜਨਕ ਦਾ ਅਵਤਾਰ ਸੀ। ਹੁਣ ਰਾਜਾ ਜਨਕ ਕਿੱਥੇ ਤੇ ਗੁਰੂ ਨਾਨਕ ਸਾਹਿਬ ਕਿੱਥੇ? ਉਹ ਤਾਂ ਆਪ ਪਰਮੇਸ਼ਰ ਨੇ ਗੁਰੂ ਨਾਨਕ ਸਾਹਿਬ। ਠੀਕ ਹੈ, ਰਾਜਾ ਜਨਕ ਮਹਾਂਪੁਰਸ਼ ਹੈ, ਉਹਨੂੰ ਭਾਈ ਗੁਰਦਾਸ ਜੀ ਨੇ ਗੁਰਮੁਖ ਲਿਖਿਆ, ਪਰ ਗੁਰੂ ਨਾਨਕ ਸਾਹਿਬ ਦੇ ਬਰਾਬਰ ਤਾਂ ਨਹੀਂ ਨਾ ਹੈ। ਇਹਨੇ ਕਹਿਣਾ ਸ਼ੁਰੂ ਕਰ ਦਿੱਤਾ, ਕਹਿੰਦਾ ਗੁਰੂ ਨਾਨਕ ਸਾਹਿਬ ਜੀ ਜਨਕ ਦਾ ਹੀ ਅਵਤਾਰ ਨੇ। ਉਨ ਲਿਖਿਓ ਸਾਖੀ ਮਦ ਖਿਜ਼ਮਤਦਾਰ। ਇਹਨੇ ਕੀ ਕੀਤਾ ਕਿ ਆਪਣੇ ਨੌਕਰਾਂ ਕੋਲੋਂ, ਆਪਣੇ ਪੁੱਤਰ ਕੋਲੋਂ ਗੁਰੂ ਸਾਹਿਬ ਦੀ ਜਿਹੜੀ ਜਨਮ ਸਾਖੀ ਸੀ ਉਹ ਵੀ ਵਿਗਾੜੀ। ਬਾਲੇ ਵਾਲੀ ਜਨਮ ਸਾਖੀ ਇਹਨਾਂ ਨੇ ਵਿਗਾੜੀ ਪਹਿਲਾਂ। ਉਹਦੇ ਵਿੱਚ ਜਿਹਨੇ ਕਹਿੰਦੇ ਰਾਲਗੜ ਹੋਈ, ਉਹ ਇਹਨੇ ਕੀਤੀ ਬਾਲੇ ਵਾਲੀ ਜਨਮ ਸਾਖੀ 'ਚ। ਉਹਦੇ ਵਿੱਚ ਇਹਨੇ ਗੁਰੂ ਨਾਨਕ ਸਾਹਿਬ ਬਾਰੇ ਬਹੁਤ ਕੁਝ ਏਦਾਂ ਲਿਖਿਆ ਵੀ ਕਿ ਮੰਨ ਲਓ ਵੀ ਮੈਂ ਹੀ ਮਾਲਕ ਆ, ਰੱਬ ਆ, ਇਹ ਸਭ ਮੇਰੇ ਨੌਕਰ ਨੇ। ਏਦਾਂ ਇਹਨੇ ਆਪਣੇ ਆਪ ਨੂੰ ਸਾਬਤ ਕੀਤਾ। ਹਾਂਜੀ, ਆਪ ਬਨਿਓ ਲਿਖਿਓ ਜਨਕ ਜਵਾਈ। ਤੇ ਆਪਣੇ ਆਪ ਨੂੰ ਇਹਨੇ ਲਿਖਿਆ, ਉਹਦੇ ਚ ਲਿਖਾਇਆ, ਆਪਣੇ ਨੌਕਰਾਂ ਕੋਲੋਂ ਆਪਣੀ ਸਾਖੀ ਲਿਖਾਈ। ਕਹਿੰਦਾ ਲਿਖੋ ਕਿ ਗੁਰੂ ਨਾਨਕ ਸਾਹਿਬ ਜੀ ਜਨਕ ਦਾ ਅਵਤਾਰ ਸੀ ਤੇ ਮੈਂ ਰਾਜੇ ਜਨਕ ਦਾ ਜਵਾਈ ਸੀ। ਇੱਥੋਂ ਤੱਕ ਇਹਨੇ ਬੋਲ ਲਿਖਾਏ। ਪਇਓ ਸ਼੍ਰੀ ਰਾਮ ਕੋ ਸਾਂਢੂ ਆਈ। ਕਹਿੰਦਾ ਮੈਂ ਭਗਵਾਨ ਰਾਮਚੰਦਰ ਦਾ ਸਾਂਢੂ ਸੀ ਪੁਰਾਣੇ ਯੁੱਗ 'ਚ, ਉਹਦਾ ਸਾਂਢੂ ਸੀ ਤੇ ਮੇਰਾ ਹੁਣ ਦੁਬਾਰਾ ਜਨਮ ਹੋਇਆ। ਮੈਂ ਵੀ ਰਾਜੇ ਜਨਕ ਦਾ ਜਵਾਈ ਸਾਂ।
ਏਦਾਂ ਇਹਨੇ ਗੱਲਾਂ ਲਿਖਾਈਆਂ। ਦੋਹਰਾ ਕਦੇ ਕਹੇ ਇੱਕ ਸਾਧ ਕੀ ਕਿਨ ਕਰੀ ਸੇਵ ਥੀ ਔਰ। ਜਿਵੇਂ ਕੋਈ ਪਾਗਲ ਜਿਹਾ ਨਹੀਂ ਹੋ ਜਾਂਦਾ, ਫਿਟਕ ਪੈ ਗਈ ਸੀ ਨਾ ਗੁਰੂ ਸਾਹਿਬ ਦੀ, ਫਿਟਕਿਆ ਗਿਆ। ਜਦੋਂ ਫਿਟਕ ਪੈ ਜਾਂਦੀ ਆ ਬੰਦਾ ਪਾਗਲ ਹੋ ਜਾਂਦਾ। ਕਦੇ ਕਿਹਾ ਕਰੇ, ਕਹਿੰਦਾ ਇੱਕ ਸਾਧ ਦੀ ਨਾ ਕੋਈ ਸੇਵਾ ਕਰਦਾ ਸੀ, ਉਹ ਸੇਵਾ ਉਹਨੇ ਬੜੀ ਕੀਤੀ ਉਸ ਸਾਧ ਦੀ। ਵੈ ਵਕਤ ਨਾ ਪਹੁੰਚਿਓ ਮੇਰ ਕੀ ਹਮ ਜਾਏ ਲਈ ਛਲ ਤੋਰ। ਕਹਿੰਦਾ ਜੇ ਇੱਕ ਸਾਧ ਦੀ ਕਿਸੇ ਨੇ ਬੜੀ ਸੇਵਾ ਕੀਤੀ ਤੇ ਸਾਧ ਇੱਕ ਦਿਨ ਮੇਰ ਦੇ ਘਰ ਵਿੱਚ ਆ ਕੇ ਜਦੋਂ ਉਹਨੇ ਮੇਰ ਕਰਨੀ ਸੀ, ਕਹਿੰਦੇ ਉਹ ਨਹੀਂ ਪਹੁੰਚਿਆ, ਉਹਦੀ ਜਗ੍ਹਾ ਤੇ ਮੈਂ ਪਹੁੰਚ ਗਿਆ, ਉਹਨੇ ਮੇਰੇ ਤੇ ਕਿਰਪਾ ਕਰ ਦਿੱਤੀ। ਕਹਿੰਦਾ ਮੈਂ ਛਲ ਨਾਲ ਕਿਰਪਾ ਲਈ। ਕਦੇ ਆਹ ਗੱਲ ਬਣਾ ਕੇ ਕਹਿ ਦਿਆ ਕਰੇ, ਪਖੰਡੀ ਕਰਨਾ ਜਿਵੇਂ ਮਰਜ਼ੀ ਕਹਿ ਦਿਓ। ਤੋ ਪਖੰਡ ਵਿੱਚ ਤਾਂ ਬਹੁਤ ਕੁਝ ਏਦਾਂ ਵਰਣਨ ਹੁੰਦਾ ਹੈ। ਜੋ ਪਈ ਕਦੇ ਕਹੇ ਹਮ ਆਪੇ ਪਇਓ। ਕਦੇ ਕਹਿੰਦਾ ਮੈਂ ਆਪ ਖੋਦੀਆਂ ਸਭ ਕੁਝ। ਕਦੇ ਕਿਹਾ ਕਰੇ ਵੀ ਮੈਂ ਜਨਕ ਦਾ ਜਵਾਈ ਆ। ਕਦੇ ਕਹੇ ਮੈਂ ਭਗਵਾਨ ਰਾਮਚੰਦਰ ਦਾ ਸਾਂਢੂ ਸੀ। ਕਦੇ ਕਹੇ ਕਿਸੇ ਸਾਧ ਦੀ ਕੋਈ ਸੇਵਾ ਕਰਦਾ ਸੀ, ਉਹ ਪਹੁੰਚਿਆ ਨਹੀਂ, ਜਦੋਂ ਉਹਨੇ ਕਿਰਪਾ ਕਰਨੀ ਸੀ ਮੈਂ ਪਹੁੰਚ ਗਿਆ, ਮੇਰੇ ਤੇ ਹੋ ਗਈ। ਕਦੇ ਕਹਿੰਦਾ ਨਾ ਨਾ ਮੇਰੇ ਤੇ ਕਿਹਨੇ ਕਿਰਪਾ ਕਰਨੀ ਸੀ, ਮੈਂ ਖੁਦ ਹੀ ਆਪ ਮਾਲਕ ਹਾਂ। ਹਾਂਜੀ, ਦੇਨ ਜੋਗ ਗੁਰ ਕਿਨ ਤੋ ਕੀਓ। ਫਿਰ ਜੇ ਕਿਸੇ ਨੇ ਕਹਿਣਾ ਵੀ ਗੁਰੂ ਰਾਮਦਾਸ ਜੀ ਨੇ ਤੁਹਾਡੇ ਤੇ ਕਿਰਪਾ ਕੀਤੀ, ਕਹਿੰਦਾ ਉਹ ਕੌਣ ਸੀ ਮੈਨੂੰ ਦੇਣ ਜੋਗੇ। ਇੱਥੋਂ ਤੱਕ ਇਹਨੇ ਬੋਲਣੇ ਸ਼ੁਰੂ ਕੀਤੇ ਜਿਵੇਂ ਪਾਗਲ ਹੋ ਜਾਂਦਾ ਬੰਦਾ, ਏਦਾਂ ਇਹਨੂੰ ਫਿਟਕ ਪਈ ਗੁਰੂ ਕੀ। ਹਮਨੇ ਇਸ ਕੋ ਜਾਣਿਓ ਮਰਮ। ਉਹ ਕਹਿੰਦਾ ਇਹਦਾ ਮਰਮ ਮੈਂ ਜਾਣ ਲਿਆ। ਇੱਕ ਮੂਰਖ ਲੋਕ ਕਰਤੇ ਪਰਮ। ਕਹਿੰਦਾ ਗੁਰੂ ਰਾਮਦਾਸ ਜੀ ਦਾ ਭੇਦ ਮੈਂ ਜਾਣਦਾ। ਇਹ ਮੂਰਖ ਲੋਕ ਨੇ ਜਿਹੜੇ ਭਰਮ 'ਚ ਪੈ ਕੇ ਉਹਨਾਂ ਦੀ ਪੂਜਾ ਕਰਦੇ ਨੇ। ਕਹਿੰਦਾ ਅਸਲ ਵਿੱਚ ਸਭ ਕੁਝ ਤਾਂ ਮੈਂ, ਇਹਨਾਂ ਨੂੰ ਮੇਰੀ ਪੂਜਾ ਕਰਨੀ ਚਾਹੀਦੀ ਹੈ। ਇਹ ਮੂਰਖ ਨੇ ਜਿਹੜੇ ਗੁਰੂ ਰਾਮਦਾਸ ਜੀ ਕੋਲ ਜਾਂਦੇ ਨੇ। ਦੋਹਰਾ ਐਸੇ ਐਸੇ ਝੂਠ ਲਿਖ ਜਨ ਸਾਖੀ ਮਦ ਮਿਲਾਏ। ਇਹੋ ਜਿਹੇ ਝੂਠ ਲਿਖ ਕੇ ਨੇ ਜਨਮ ਸਾਖੀ 'ਚ ਮਿਲਾ ਦਿੱਤੇ। ਗੁਰੂ ਨਾਨਕ ਸਾਹਿਬ ਦੀਆਂ ਜਨਮ ਸਾਖੀਆਂ 'ਚ ਇਹਨੇ ਏਦਾਂ ਰਲਗੜ ਕੀਤੀ। ਬਾਅਦ ਵਿੱਚ ਸਿੰਘਾਂ ਨੂੰ ਪਤਾ ਲੱਗਾ, ਉਹਨਾਂ ਨੇ ਸੋਧ ਕੇ ਉਸ ਜਨਮ ਸਾਖੀ ਵਿੱਚੋਂ ਇਹਦੀਆਂ ਪਾਈਆਂ ਸਾਖੀਆਂ ਬਾਹਰ ਕੱਢੀਆਂ, ਜਿਹੜੀਆਂ ਹੋਰ ਪੁਰਾਤਨ ਜਨਮ ਸਾਖੀਆਂ ਸੀ ਉਹ ਲਈਆਂ। ਸਭ ਤੋਂ ਪਹਿਲਾਂ ਇਹਨੇ ਰਲਗੜ ਕੀਤੀ। ਜੇ ਰਲਗੜ ਹੋਈ ਕਿਸੇ ਸਾਖੀ ਵਿੱਚ ਤੇ ਪੰਥ ਨੇ ਸੁਚੇਤ ਹੋ ਕੇ ਇਹਦੀ ਰਲਗੜ ਉਸੇ ਵੇਲੇ ਕੱਢ ਦਿੱਤੀ। ਅੱਜ ਕੱਲ ਜਿਵੇਂ ਕਹਿ ਦਿੰਦੇ ਨਾ ਹਰ ਇੱਕ ਗ੍ਰੰਥ ਦੇ ਉੱਤੇ ਜੀ ਇਹਦੇ ਵਿੱਚ ਵੀ ਰਲਗੜ ਹੈ, ਇਹਦੇ ਵਿੱਚ ਵੀ ਰਲਗੜ ਹੈ। ਜੇ ਕਿਸੇ ਵਿੱਚ ਹੋਈ ਉਹ ਪੰਥ ਨੇ ਉਦੋਂ ਹੀ ਵੇਖ ਲਿਆ। ਜਿਵੇਂ ਹੋਰ ਕਈ ਗ੍ਰੰਥਾਂ ਦੇ ਉੱਤੇ ਕਟਾਕਸ਼ ਕਰਦੇ ਆ ਨਾ, ਕਈ ਕਹਿੰਦੇ ਜੀ ਇਹਦੇ 'ਚ ਵੀ ਰਲਗੜ ਹੈ, ਇਹਦੇ ਵਿੱਚ ਵੀ ਰਲਗੜ ਹੈ। ਜੇ ਹੁੰਦੀ ਤਾਂ ਪੁਰਾਣੇ ਸਿੰਘ ਬੜੇ ਬੜੇ ਸਿਆਣੇ ਬੈਠੇ ਸੀ, ਉਹਨਾਂ ਨੇ ਉਹ ਵੀ ਸੋਧ ਲੈਣੀਆਂ ਸੀ। ਜਨਮ ਸਾਖੀ 'ਚ ਰਲਗੜ ਕੀਤੀ ਸੀ ਇਹਨੇ ਹੰਦਾਲ ਨੇ ਤੇ ਇਹਦੇ ਪੁੱਤਰ ਨੇ। ਉਹਦਾ ਨਾਂ ਸੀ ਬਿਧੀ ਚੰਦ। ਇੱਕ ਬਾਬਾ ਬਿਧੀ ਚੰਦ ਸਾਹਿਬ ਛੀਨਾ, ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾ ਦੇ ਪਾਤਰ। ਇਹਦਾ ਨਾਂ ਵੀ ਬਿਧੀ ਚੰਦ ਕਰਕੇ ਹੀ ਸੀ, ਹੰਦਾਲ ਦਾ ਜਿਹੜਾ ਪੁੱਤਰ ਸੀ। ਤੇ ਇਹਨੇ ਜਨਮ ਸਾਖੀ 'ਚ ਸਾਰੇ ਵਿਗਾੜ ਪਾਏ ਸਨ। ਤੋ ਪੰਥ ਨੇ ਫਿਰ ਉਹਨੂੰ ਸੋਧ ਕੇ, ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਫਿਰ ਉਹਨੂੰ ਸੋਧ ਕੇ ਨਾਨਕ ਪ੍ਰਕਾਸ਼ ਗ੍ਰੰਥ ਲਿਖਿਆ ਸੀ, ਜਿਹਦੀ ਕਥਾ ਆਪ ਜੀ ਨੇ ਪਿੱਛੇ ਸਰਵਣ ਕੀਤੀ ਹੈ। ਹਾਂਜੀ, ਜਹਾਂ ਨ ਪਹੁੰਚਿਓ ਪ੍ਰਹਿਲਾਦ ਤਰੂ ਹਿੰਦਾਲ ਪਹੁੰਚਿਓ ਲਿਖਵਾਏ। ਇਹਨੇ ਨਾ ਆਪਣੀ ਸਾਖੀ ਆਪਣੀ ਉਹਦੇ ਵਿੱਚ ਜਨਮ ਸਾਖੀ 'ਚ ਆਪਣੀਆਂ ਗੱਲਾਂ ਵਿੱਚ ਲਿਖਾਉਂਦਾ। ਕਹਿੰਦੇ ਇਹ ਲਿਖਾਇਆ ਕਿ ਜਿੱਥੇ ਪ੍ਰਹਿਲਾਦ ਨਹੀਂ ਪਹੁੰਚ ਸਕਿਆ, ਜਿੱਥੇ ਧਰੂ ਨਹੀਂ ਪਹੁੰਚ ਸਕਿਆ, ਉੱਥੇ ਹਿੰਦਾਲ ਪਹੁੰਚਿਆ ਹੈ। ਏਦਾਂ ਲਿਖਾਇਆ ਇਹਨੇ। ਚੋਪਈ ਔਰ ਕਰੀ ਲੋਪੀ ਗੁਰ ਜਾਨੋ। ਹੋਰ ਇਹਨੇ ਗੁਰੂ ਸਾਹਿਬ ਨੂੰ ਲੋਪ ਕੀਤਾ। ਹੋਰ ਗੁਰੂ ਰਾਮਦਾਸ ਜੀ ਨੂੰ ਆਪਣਾ ਗੁਰੂ ਨਹੀਂ ਸੀ ਮੰਨਦਾ। ਜਿੰਦੋ ਗੁਰ ਉਹਨੇ ਆਪਨ ਬਖਾਨੋ। ਲੋਕਾਂ ਨੂੰ ਕਹਿੰਦਾ ਸੀ ਮੇਰਾ ਗੁਰੂ ਜਿੰਦਾ ਪੀਰ ਹੈ। ਉਹਦਾ ਨਾਂ ਆਪਣੇ ਆਪ ਹੀ ਧਰ ਲਿਆ, ਮੇਰਾ ਗੁਰੂ ਤਾਂ ਜਿੰਦਾ ਪੀਰ ਹੈ।
ਉਹਨੂੰ ਜਿੰਦਾ ਪੀਰ ਕਹਿ ਕੇ ਪੂਜਣ ਲੱਗ ਪਿਆ। ਉਸ ਮਦ ਔਰ ਗਜਬ ਕਮਾਇਓ। ਉਹਨੇ ਇੱਥੋਂ ਤੱਕ ਗਜਬ ਕਮਾਇਆ ਇਸ ਪਾਪੀ ਨੇ, ਇੱਥੋਂ ਤੱਕ ਭਾਰੀ ਮਾੜਾ ਕਰਮ ਇਹਦੇ ਵੰਸ਼ਜਾਂ ਨੇ ਕੀਤਾ। ਸ਼੍ਰੀ ਗੁਰੂ ਨਾਨਕ ਜ਼ਿੰਦਾ ਲਿਖਾਇਓ। ਇਹਨੇ ਗੁਰੂ ਨਾਨਕ ਸਾਹਿਬ ਨੂੰ ਵੀ ਜਿੰਦਾ ਪੀਰ ਲਿਖਾਇਆ। ਉਹ ਪੀਰਾਂ ਦੇ ਪੀਰ ਕਹਿੰਦਾ, ਉਹ ਵੀ ਜਿੰਦਾ ਪੀਰ ਸੀ। ਕਦੇ ਕਹਿੰਦਾ ਸੀ ਉਹ ਜਨਕ ਦਾ ਅਵਤਾਰ ਸੀ, ਕਦੇ ਕੁਝ ਆਖੇ ਕਦੇ ਕੁਝ ਕਹੇ। ਕੋਈ ਹੋ ਤੋ ਜਿੰਦੋ ਸਿਕੰਦਰ ਗੁਲਾਮ। ਇਹ ਜਿੰਦਾ ਕੌਣ ਸੀ ਜਿਹਨੂੰ ਇਹ ਕਹਿੰਦਾ ਸੀ ਮੇਰਾ ਗੁਰੂ ਹੈ ਉਹ? ਤੇ ਗੁਰੂ ਨਾਨਕ ਸਾਹਿਬ ਨੂੰ ਵੀ ਕਹਿੰਦਾ ਸੀ ਵੀ ਉਹੀ ਜਿੰਦਾ ਪੀਰ ਸੀ। ਇਹ ਜਿੰਦਾ ਕਹਿੰਦੇ ਕੋਈ ਸਿਕੰਦਰ ਬਾਦਸ਼ਾਹ ਦਾ ਚੇਲਾ ਸੀ, ਉਹਦਾ ਗੁਲਾਮ ਸੀ। ਗੁਰੂ ਨਾਨਕ ਕੀਏ ਇਮ ਕਟ ਥਾਮ। ਇਹਨੇ ਗੁਰੂ ਨਾਨਕ ਸਾਹਿਬ ਨੂੰ ਇੰਨਾ ਨੀਵਾਂ ਰੁਤਬਾ ਦਿੱਤਾ, ਇੰਨਾ ਨੀਵੇਂ ਥਾਂ ਦੇ ਉੱਤੇ ਨੇ ਵਰਣਨ ਕੀਤਾ ਜਨਮ ਸਾਖੀ ਚ ਕਿ ਸਿਕੰਦਰ ਦਾ ਜਿਹੜਾ ਗੁਲਾਮ ਸੀ ਜਿੰਦਾ, ਗੁਰੂ ਨਾਨਕ ਸਾਹਿਬ ਉਹ ਸੀ। ਇੱਥੋਂ ਤੱਕ ਇਹਨੇ ਭੱਦੀ ਸ਼ਬਦਾਵਲੀ ਜਿਹੜੀ ਹੈ ਇਹਦੇ ਚੇਲਿਆਂ ਨੇ, ਇਹਦੇ ਪੁੱਤਰ ਨੇ ਅੱਗੇ ਵਰਤਾਈ। ਸ਼੍ਰੀ ਕਬੀਰ ਨਾਨਕ ਜੀ ਕੋ ਬਨਿਓ ਭਾਈ ਤੀਜਾ। ਕਹਿਣ ਲੱਗਾ ਗੁਰੂ ਨਾਨਕ ਸਾਹਿਬ ਦੇ ਭਰਾ ਸੀ ਕਬੀਰ ਜੀ, ਭਰਾ ਬਣਾ ਦਿੱਤਾ ਕਬੀਰ ਜੀ ਨੂੰ। ਤੇ ਕਹਿੰਦਾ ਮੈਂ ਉਹਨਾਂ ਦਾ ਤੀਜਾ ਭਰਾ ਹਾਂ ਹਿੰਦਾਲ। ਇਹ ਵੀ ਕਹਿਣ ਲੱਗ ਪਿਆ ਵੀ ਮੈਂ ਉਹਨਾਂ ਦਾ ਤੀਜਾ ਭਰਾ ਹਾਂ। ਇਮ ਜਨਮ ਸਾਖੀ ਮਦ ਲਿਖ ਕਰੀ ਮੀਜਾ। ਇਹਦਾ ਜਨਮ ਸਾਖੀ ਚ ਇਹਨਾਂ ਨੇ ਬੜੀ ਮਿਲਾਵਟ ਕੀਤੀ, ਬਹੁਤ ਕੁਝ ਮਿਲਾਇਆ। ਦੋਹਰਾ ਇਮ ਬਾਤ ਉਸ ਕੀ ਪਈ ਜਿਮ ਬਣ ਦਿੱਲੀਓਂ ਤੁਰੇ ਸਵਾਰ। ਭਾਈ ਰਤਨ ਸਿੰਘ ਜੀ ਜਿਹੜੀਆਂ ਉਦਾਹਰਨਾਂ ਦਿੰਦੇ ਨਾ ਬੜੀਆਂ ਕਮਾਲ ਦੀਆਂ, ਐਨ ਸਿੱਧੀਆਂ ਸਾਧੀਆਂ। ਕਹਿੰਦੇ ਜਿਵੇਂ 4 ਘੋੜ ਸਵਾਰ ਦਿੱਲੀਓਂ ਨਾ, ਬੜੇ ਵਧੀਆ ਘੋੜੇ, ਉਹਨਾਂ ਤੇ ਸਵਾਰ ਹੋ ਕੇ ਚੱਲ ਪਏ। ਹਾਂਜੀ। ਆਗੇ ਰਸਤੇ ਮਦ ਕੋ ਰਲ ਤੁਰਿਓ ਗਧੇ ਵਾਰ। ਉਹ ਦਿੱਲੀਓਂ ਟੁਰੇ ਤੇ ਅੱਗੇ ਰਸਤੇ ਵਿੱਚ ਇੱਕ ਗਧੇ ਤੇ ਸਵਾਰ ਹੋ ਕੇ ਜਾ ਰਿਹਾ ਸੀ। ਪਿੱਛੇ 4 ਜਣੇ ਘੋੜਿਆਂ ਤੇ ਆ ਰਹੇ ਸੀ, ਦਿੱਲੀਓਂ ਟੁਰੇ। ਅੱਗੇ ਇੱਕ ਗਧੇ ਦੇ ਉੱਤੇ ਸਵਾਰ ਟੁਰਿਆ ਜਾਂਦਾ ਸੀ। ਹਾਂਜੀ। ਚੋਪਈ ਜੋ ਕੋ ਪੁੱਛੇ ਰਸਤੇ ਵਾਏ। ਉਹ ਜਿਹੜਾ ਗਧੇ ਤੇ ਸਵਾਰ ਸੀ ਉਹਨਾਂ ਨੂੰ ਕਹਿੰਦਾ ਭਰਾਵੋ ਮੈਂ ਕੱਲਾ, ਮੈਨੂੰ ਵੀ ਲਈ ਚੱਲੋ ਨਾਲ। ਉਹਨਾਂ 4 ਦੇ ਨਾਲ ਚੱਲ ਪਿਆ। ਅੱਗੇ ਜੇ ਕੋਈ ਪੁੱਛੇ ਨਾ, ਅੱਗੋਂ ਜਿਵੇਂ ਕੋਈ ਰਾਹ ਵਿੱਚ ਪੁੱਛਦਾ ਸੀ, ਹਾਂ ਭਾਈ ਕਿੱਧਰ ਚੱਲੇ ਹੋ, ਕੌਣ ਹੋ? ਸਭ ਤੇ ਪਹਿਲੇ ਵੈ ਬੋਚ ਜਾਏ। ਉਹ ਹਲੇ 4 ਨੇ ਬੋਲਣਾ ਹੁੰਦਾ ਸੀ, ਉਹ ਗਧੇ ਤੇ ਸਵਾਰ ਜਿਹੜਾ ਸੀ ਉਹ ਝੱਟ ਪਹਿਲਾਂ ਬੋਲ ਕੇ ਉਹਨਾਂ ਦੀ ਗੱਲ ਨੂੰ ਬੋਚ ਕੇ ਨਾ ਏਦਾਂ ਜਵਾਬ ਦਿੰਦਾ ਤੇ ਕਹਿੰਦਾ ਸੀ ਹਮ ਪੰਚੇ ਅਸਵਾਰ ਦਿੱਲੀਓਂ ਆਏ। ਉਹ ਜਦੋਂ ਕੋਈ ਅੱਗੋਂ ਪੁੱਛਿਆ ਕਰੇ ਨਾ ਭਾਈ ਕਿੱਥੋਂ ਆਏ ਹੋ, ਉਹਨਾਂ 4 ਘੋੜ ਸਵਾਰਾਂ ਤੋਂ ਪਹਿਲਾਂ ਇਹ ਗਧੇ ਦਾ ਜਿਹੜਾ ਸਵਾਰ ਸੀ ਇਹ ਝੱਟ ਪਹਿਲਾਂ ਬੋਲ ਪਿਆ ਕਰੇ ਤੇ ਆਖੇ ਅਸੀਂ 5 ਘੋੜ ਸਵਾਰ ਦਿੱਲੀਓਂ ਆਏ ਹਾਂ, ਅਸੀਂ 5 ਘੋੜ ਸਵਾਰ ਦਿੱਲੀਓਂ ਆਏ ਹਾਂ। ਤੇ ਕਿੱਥੇ ਘੋੜਾ ਤੇ ਕਿੱਥੇ ਗਧਾ? ਕਹਾਵਤ ਵੀ ਹੁੰਦੀ ਹੈ ਨਾ ਵੀ ਘੋੜਿਆਂ ਦੀ ਰੇਸ ਵਿੱਚ, ਗਧਿਆਂ ਦੀ ਰੇਸ ਦੇ ਵਿੱਚ ਘੋੜੇ ਨਹੀਂ ਸ਼ਾਮਲ ਹੋਇਆ ਕਰਦੇ, ਕਹਾਵਤ ਹੈ। ਪਰ ਇਹਨੇ ਆਪਣਾ ਗਧਾ ਵੀ ਘੋੜਿਆਂ ਨਾਲ ਮਿਲਾ ਲਿਆ। ਕਹੇ ਜੀ ਅਸੀਂ 5 ਦਿੱਲੀਓਂ ਚੱਲ ਕੇ ਆਏ ਆ, 5 ਘੋੜ ਸਵਾਰ ਆ। ਵੈ ਗਧੇ ਵਾਲ ਸਭ ਕੋ ਵੱਲ ਜਾਏ। ਉਹ ਜਿਹੜਾ ਗਧੇ ਤੇ ਸਵਾਰ ਸੀ ਉਹ ਸਾਰਿਆਂ ਨੂੰ ਵਲ ਜਿਆ ਕਰੇ, ਆਪਣੇ ਆਪ ਨੂੰ ਚੌਧਰੀ ਬਣਾਉਣ ਵਾਸਤੇ ਵੀ ਇਹ 4 ਮੇਰੇ ਨਾਲ ਦੇ, ਮੈਂ ਇਹਨਾਂ ਦਾ ਆਗੂ ਆ। ਗਧੇ ਤੇ ਸਵਾਰ ਹੋਇਆ। ਐਸੀ ਪਈ ਹਿੰਦਾਲੋ ਬਾਤ। ਕਹਿੰਦੇ ਉਹ ਗੱਲ ਇਹਨਾਂ ਹਿੰਦਾਲੀਆਂ ਦੀ ਹੋਈ ਗੁਰੂ ਸਾਹਿਬ ਦੀ ਬਰਾਬਰੀ ਕਰਨ ਵਾਸਤੇ। ਹਾਂਜੀ। ਸੁਨੋ ਗੁਰਮੁਖ ਹਮਰੇ ਗੁਰ ਭਰਾਤ। ਇਹ ਗੁਰਮੁਖੋ ਮੇਰੇ ਗੁਰ ਭਰਾਵੋ ਸੁਣੋ, ਮੈਂ ਤੁਹਾਨੂੰ ਸੁਣਾਵਾਂ ਇਹਨਾਂ ਨਿਰੰਜਨੀਆਂ ਦੀਆਂ ਕਰਤੂਤਾਂ। ਅੱਗੇ ਪਈ ਜੋ ਹਿੰਦਾਲ ਔਲਾਦ। ਕਹਿੰਦੇ ਜਿਹੜੀ ਅੱਗੇ ਹਿੰਦਾਲ ਦੀ ਔਲਾਦ ਹੋਈ, ਜੋ ਬੜ ਗਜਬ ਗਏ ਲਿਖ ਬਾਦ। ਹਲੇ ਭਾਈ ਹਿੰਦਾਲ ਨੇ ਉਹਨਾਂ ਨੁਕਸਾਨ ਨਹੀਂ ਕੀਤਾ, ਅੱਗੋਂ ਇਹਦੇ ਪੁੱਤਰ ਨੇ, ਇਹਦੀ ਜਿਹੜੀ ਔਲਾਦ ਸੀ
ਉਹਨਾਂ ਨੇ ਵੱਡਾ ਨੁਕਸਾਨ ਕੀਤਾ। ਸੋ ਭਿੰਨ ਭਿੰਨ ਉਨਕੇ ਨਾਮ ਸੁਨਾਓ। ਕਹਿੰਦੇ ਹੁਣ ਮੈਂ ਉਹਨਾਂ ਦੇ ਵੀ ਤੁਹਾਨੂੰ ਨਾਂ ਸੁਣਾਉਣਾ। ਜਿਹੜੀ ਇਹਦੀ ਅੱਗੇ ਔਲਾਦ ਹੋਈ ਉਹਨਾਂ ਨੇ ਪੰਥ ਦਾ ਨੁਕਸਾਨ ਕੀਤਾ, ਜਨਮ ਸਾਖੀਆਂ ਵਿਗਾੜੀਆਂ। ਜਿਮ ਮੁੱਕੇ ਵੈ ਤਿਵੇਂ ਲਿਖਾਓ। ਜਿਵੇਂ ਮੁੱਕੇ ਖਤਮ ਹੋਏ ਮੈਂ ਉਹ ਵੀ ਦੱਸਦਾ ਹਾਂ। ਮੁਖਤ ਨਿਆਮਤ ਝੱਲੀ ਨਾ ਗਈ। ਜਿਹੜੀ ਮੁਖਤ ਨਿਆਮਤ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਦੇ ਘਰੋਂ ਇਹਨਾਂ ਨੂੰ ਮਿਲੀ ਸੀ, ਇਹਨਾਂ ਕੋਲੋਂ ਝੱਲੀ ਨਹੀਂ ਗਈ। ਉਸੀ ਪਾਂਤ ਦੇ ਬੋਹਰ ਲਿਖਈ। ਕਹਿੰਦੇ ਉਸੇ ਤਰ੍ਹਾਂ ਮੈਂ ਲਿਖਦਾ ਹਾਂ। ਦੋਹਰਾ ਹਿੰਦਾਲ ਪੁੱਤਰ ਤੇ ਜੋ ਪਏ, ਤਿੰਨ ਕੱਚ ਰੱਖਿਓ ਸਿੱਖੀ ਤੋਰ। ਕਹਿੰਦੇ ਹਿੰਦਾਲ ਦੇ ਜਿਹੜੇ ਪੁੱਤਰ ਉਹਨਾਂ ਨੇ ਕੁਝ ਸਮਾਂ ਥੋੜਾ ਬਹੁਤ ਸਿੱਖੀ ਦਾ ਤੌਰ ਰੱਖਿਆ ਵੀ ਆਪਣੇ ਆਪ ਨੂੰ, ਕਿਉਂਕਿ ਗੁਰੂ ਘਰ ਤੋਂ ਸਿੱਧਾ ਵੱਖਰਾ ਤਾਂ ਨਹੀਂ ਨਾ ਕਰ ਸਕਦੇ ਸੀ। ਲੋਕਾਂ ਨੂੰ ਪਤਾ ਸੀ ਕਿ ਭਾਈ ਹਿੰਦਾਲ ਨੂੰ ਗੁਰੂ ਰਾਮਦਾਸ ਸਾਹਿਬ ਜੀ ਦੀ ਕਿਰਪਾ ਪ੍ਰਾਪਤ ਹੈ। ਇਹਦੇ ਪੁੱਤਰ ਨੇ ਥੋੜਾ ਬਹੁਤਾ ਸਿੱਖੀ ਦਾ ਤੌਰ ਰੱਖਿਆ, ਮੁੜ ਕੇ ਜਨਮ ਸਾਖੀ ਵੀ ਉਹਨੇ ਵਿਗਾੜੀ। ਆਗੇ ਪਏ ਜੋ ਪੋਤਰੇ, ਤੇ ਗਏ ਸਿੱਖਿਓਂ ਚੋੜ। ਜਿਹੜੇ ਹਿੰਦਾਲ ਦੇ ਅੱਗੋਂ ਪੋਤਰੇ ਸੀ ਨਾ, ਉਹਨਾਂ ਨੇ ਤਾਂ ਬਿਲਕੁਲ ਹੀ ਸਿੱਖੀ ਦਾ ਤੌਰ, ਉਹਨਾਂ ਨੇ ਤਾਂ ਸਿੱਖੀ ਜਿਹੜੀ ਸੀ ਆਪਣੇ ਘਰੋਂ ਬਿਲਕੁਲ ਹੀ ਚੌੜ ਕਰ ਦਿੱਤੀ, ਯਾਨੀ ਕਿ ਉਹ ਬਿਲਕੁਲ ਹੀ ਬੇਮੁਖ ਹੋ ਗਏ। ਜੋ ਪਈ ਆਗੇ ਪਏ ਪੋਤਰੇ ਜੋ, ਜਿਹੜੇ ਅੱਗੇ ਹਿੰਦਾਲ ਦੇ ਪੋਤਰੇ ਸਨ, ਕਹਾਵੇਂ ਆਪ ਨਿਰੰਜਨੀਏ ਸੋ। ਉਹ ਆਪਣੇ ਆਪ ਨੂੰ ਨਿਰੰਜਨੀਏ ਕਹਾਉਣ ਲੱਗ ਪਏ ਵੀ ਅਸੀਂ ਹੁਣ ਨਿਰੰਜਨੀ ਹਾਂ। ਸ਼੍ਰੀ ਗੁਰਦੁਆਰਨ ਮੰਨੇ ਸੋ ਨਾਈ। ਗੁਰੂ ਘਰਾਂ ਨੂੰ ਨਹੀਂ ਸੀ ਮੰਨਦੇ, ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਨੂੰ ਨਹੀਂ ਸਨ ਮੰਨਦੇ। ਸਗੋਂ ਚੁਰਾਏ ਗੁਰਦੁਆਰਨ ਖਾਈ। ਸਗੋਂ ਗੁਰੂ ਘਰਾਂ ਦਾ ਚੁਰਾ ਕੇ ਇਹਨਾਂ ਨੇ ਖਾਣਾ ਸ਼ੁਰੂ ਕਰ ਦਿੱਤਾ। ਜਿਹੜੀ ਸੰਗਤ ਗੁਰੂ ਘਰ ਜਾਣ ਵਾਸਤੇ ਜਾਣ ਨੂੰ ਆਇਆ ਕਰੇ, ਪਹਿਲਾਂ ਹੀ ਵਰਗਲਾ ਕੇ ਆਪਣੇ ਵੱਲ ਲਾਇਆ ਕਰਨ। ਗੁਰੂ ਘਰ ਦੀ ਦਸਵੰਧ ਦੀ ਮਾਇਆ ਇਹਨਾਂ ਨੇ ਆਪ ਲੈਣੀ ਸ਼ੁਰੂ ਕਰ ਦਿੱਤੀ। ਸ਼੍ਰੀ ਅੰਮ੍ਰਿਤਸਰ ਚੰਦੋਵੋ ਦਰਬਾਰ। ਇਹਨਾਂ ਨੇ ਇੱਥੋਂ ਤੱਕ ਕਰਤੂਤਾਂ ਕੀਤੀਆਂ ਹਿੰਦਾਲ ਦੇ ਪੋਤਰਿਆਂ ਨੇ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਕਦੇ ਕੋਈ ਚੰਦੋਆ ਵੀ ਇਹਨਾਂ ਨੇ ਮੰਗਾ ਲੈਣਾ, ਤੇ ਚੰਦੋਆ ਮੰਗਾ ਕੇ ਸੋਲਾਹੇ ਮੰਗਾਇਓ ਉਨ ਕਈ ਬਾਰ। ਉੱਥੋਂ ਮੰਗਾ ਕੇ ਚੰਦੋਆ ਆਪਣੇ ਸਿਰ ਤੇ ਲਾ ਕੇ ਬਹਿਣਾ ਵੀ ਅਸੀਂ ਬਰਾਬਰ ਹਾਂ। ਕਈ ਵਾਰ ਇਹਨਾਂ ਨੇ ਵੀ ਕਰਤੂਤਾਂ ਕੀਤੀਆਂ, ਇਹ ਕਹਿ ਕੇ ਲੈ ਆਉਣਾ ਜੀ ਸਾਨੂੰ ਲੋੜ ਹੈ, ਤੇ ਲਿਆ ਕੇ ਚੰਦੋਆ, ਕੋਈ ਪੁਰਾਣਾ ਚੰਦੋਆ ਹੋਣਾ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਚੋਂ, ਲਿਆ ਕੇ ਇਹਨਾਂ ਨੇ ਆਪਣੇ ਸਿਰ ਤੇ ਲਾ ਕੇ ਬਹਿਣਾ। ਕਰਤਾਰ ਕਰਤਾਰ ਕਰ ਆਪਸ ਮੈਂ ਕਹੇ। ਆਪਾਂ ਸਿੰਘ ਮਿਲਦੇ ਆ ਤੇ ਫਤਿਹ ਗਜਾਉਂਦੇ ਆ, ਇਹ ਜਦੋਂ ਆਪਸ ਵਿੱਚ ਮਿਲਦੇ ਆ ਤੇ ਕਹਿੰਦੇ ਕਰਤਾਰ ਕਰਤਾਰ, ਏਦਾਂ ਆਪਸ ਵਿੱਚ ਮਿਲਦੇ ਨੇ। ਵਾਹਿਗੁਰੂ ਨਾਮ ਚੁੱਪ ਕਰ ਰਹੇ। ਤੇ ਜੇ ਕੋਈ ਸਿੰਘ ਅੱਗੋਂ ਇਹਨਾਂ ਨੂੰ ਫਤਿਹ ਬੁਲਾਉਂਦਾ ਸੀ ਤੇ ਉਹ ਸੁਣ ਕੇ ਬਿਲਕੁਲ ਚੁੱਪ ਕਰ ਜਾਂਦੇ ਸੀ, ਜਵਾਬ ਨਹੀਂ ਸਨ ਦਿੰਦੇ, ਵਾਹਿਗੁਰੂ ਨਹੀਂ ਸਨ ਕਹਿੰਦੇ। ਕਿਤੇ ਕਹੇ ਪੰਥ ਨਾਨਕ ਹਮਾਰਾ। ਤੇ ਕਦੇ ਤੇ ਆਖਿਆ ਕਰਨ ਸਾਡਾ ਪੰਥ ਨਾਨਕ ਪੰਥੀਆਂ ਦਾ ਪੰਥ ਹੈ, ਅਸੀਂ ਨਾਨਕ ਪੰਥੀ ਹਾਂ। ਕਿਤੇ ਕਹੇ ਹਮ ਜਿੰਦੋ ਪੀਰ ਤਾਰਾ। ਕਦੇ ਕਿਹਾ ਕਰਨ ਜੀ ਸਾਡਾ ਜਿੰਦਾ ਪੀਰ ਹੈ, ਸਾਡਾ ਜਿਹੜਾ ਗੁਰੂ ਹੈ ਉਹ ਜਿੰਦਾ ਪੀਰ ਹੈ। ਮੁਸਲਮਾਨਨ ਸੋ ਸਨੇ ਰਖਾਏ। ਹੁਣ ਕਿਉਂਕਿ ਜਿਹੜਾ ਹਿੰਦਾਲ ਸੀ ਉਹ ਵੀ ਸੁਲਤਾਨੀਆਂ ਸੀ, ਉਹ ਅੱਗੇ ਪੋਤਰਿਆਂ ਤੱਕ ਵੀ ਆਈ ਬਿਰਤੀ। ਹੁਣ ਉਹ ਸੁਲਤਾਨੀਆਂ ਦੀ ਬਿਰਤੀ ਬਣੀ ਹੋਣੀ, ਇਸ ਕਰਕੇ ਮੁਸਲਮਾਨਾਂ ਨਾਲ ਵੀ ਇਹਨਾਂ ਦਾ ਸਨੇਹ, ਤਦੇ ਤੇ ਮੁਸਲਮਾਨਾਂ ਨਾਲ ਯਾਰੀ ਪਾ ਕੇ ਸਿੰਘ ਫੜਾਉਂਦੇ ਸੀ, ਉਹਨਾਂ ਦੇ ਨਾਲ ਇਹਨਾਂ ਦਾ ਸਨੇਹ ਸੀ। ਸੁਲਤਾਨੀਅਨ ਸੋ ਰਲ ਮਿਲ ਖਾਏ। ਜਿਹੜੇ ਹੋਰ ਸੁਲਤਾਨੀਏ ਸੀ ਉਹਨਾਂ ਨਾਲ ਬਹਿ ਕੇ ਇੱਕੋ ਥਾਲੀ 'ਚ ਖਾਂਦੇ ਸਨ। ਤਿੰਨ ਮੈਂ ਦੁਸ਼ਟ ਪਇਓ ਹਰ ਭਗਤ। ਕਹਿੰਦੇ ਉਹਨਾਂ ਵਿੱਚੋਂ ਅੱਗੇ ਇੱਕ ਦੁਸ਼ਟ ਹੋਇਆ ਜੰਡਿਆਲੇ ਦਾ ਗੁਰੂ ਲੋਪੀ ਗੁਰੂ ਘਾਤੀ, ਇਹਦਾ ਨਾਂ ਹੈ ਹਰ ਭਗਤ ਨਿਰੰਜਨੀਆਂ। ਉਨ ਬਹੁ ਸਿੱਖ ਮਰਵਾਏ ਬੇਵਕਤ। ਇਹਨੇ ਬਹੁਤ ਸਾਰੇ ਸਿੱਖ ਕਤਲ ਕਰਾਏ ਬੇਵਕਤ। ਘਰਾਂ ਵਿੱਚੋਂ ਸਿੰਘ ਫੜਾ ਦੇਣੇ। ਸਿੰਘ ਜੰਗਲਾਂ 'ਚ ਰਹਿੰਦੇ ਸੀ, ਜੇ ਕਿਤੇ ਉਹਨਾਂ ਨੇ ਕੁਝ ਦਿਨਾਂ ਬਾਅਦ ਘਰਾਂ ਵਿੱਚ ਆਪਣੇ ਗੇੜਾ ਮਾਰਨ ਆਉਣਾ, ਇਹਨੇ ਜਾ ਕੇ ਉਸੇ ਵੇਲੇ ਮੁਖਬਰੀ ਕਰਨੀ, ਸਿੰਘ ਫੜਾ ਦੇਣੇ। ਬੜੇ ਸਿੰਘ ਇਹਨੇ ਕਤਲ ਕਰਵਾਏ ਪਾਪੀ ਹਰ ਭਗਤ ਨਿਰੰਜਨੀਏ ਨੇ। ਨਾ ਹਰ ਭਗਤ ਕੰਮ ਜਲਾਦਾਂ ਵਾਲੇ ਸਨ,
ਭਇਓ ਦੁਸ਼ਟ ਚੁਗਲੀ ਬਹੁ ਕਰੀ। ਇਹਨੇ ਦੁਸ਼ਟ ਨੇ ਬੜੀਆਂ ਚੁਗਲੀਆਂ ਕੀਤੀਆਂ। ਕਦੇ ਲਾਹੌਰ ਜਾ ਕੇ ਚੁਗਲੀਆਂ ਕਰੇ, ਕਦੇ ਨੇੜੇ ਪੱਟੀ ਦੇ ਜਿਹੜਾ ਨਵਾਬ ਸੀ ਉਹਦੇ ਕੋਲ ਚੁਗਲੀਆਂ ਕਰਦਾ ਸੀ। ਇਹਨੇ ਹਮੇਸ਼ਾ ਪੰਥ ਦੀਆਂ ਖਾਲਸੇ ਦੀਆਂ ਚੁਗਲੀਆਂ ਕਰਨੀਆਂ। ਤੁਰਕਨ ਸਾਥ ਪ੍ਰੀਤ ਤਿਨ ਕਰੀ। ਤੁਰਕਾਂ ਦੇ ਨਾਲ ਇਹਦੀ ਬੜੀ ਪ੍ਰੀਤ ਸੀ, ਹਰ ਭਗਤ ਨਿਰੰਜਨੀਏ ਦੀ। ਦੋਹਰਾ ਪੰਥ ਖਾਲਸੋ ਜਾਬੇ ਉਠਿਓ, ਸ਼੍ਰੀ ਸਤਿਗੁਰ ਕੀਓ ਪ੍ਰਚਾਰ। ਕਹਿੰਦੇ ਜਦੋਂ ਖਾਲਸਾ ਪੰਥ ਉੱਠਿਆ ਨਾ ਸਤਿਗੁਰੂ ਜੀ ਦੇ ਪ੍ਰਚਾਰ ਨਾਲ, ਜੋ ਕੋ ਸਿੰਘ ਤਿਸ ਪੈ ਆਏ, ਫੜ ਆਪ ਦਏ ਤਿਸ ਮਾਰ। ਕਹਿੰਦੇ ਪੰਥ ਵੱਧਦਾ, ਸਿੰਘ ਹੁੰਦੇ ਤਿਆਰ ਬਰ ਤਿਆਰ। ਜਦੋਂ ਸਤਿਗੁਰੂ ਜੋਤੀ ਜੋਤ ਸਮਾ ਗਏ, 18ਵੀਂ ਸਦੀ ਦੀ ਬਾਤ ਹੈ, ਤਾਂ ਉਸ ਵਕਤ ਹਰ ਭਗਤ ਨਿਰੰਜਨੀਏ ਨੇ ਕਈ ਸਿੰਘ ਤਾਂ ਫੜਾ ਦੇਣੇ, ਕਈਆਂ ਨੂੰ ਆਪ ਹੀ ਕਤਲ ਕਰ ਦੇਣਾ। ਔਰ ਕਤਲ ਕਰਕੇ ਉਹਨਾਂ ਦੇ ਸਿਰ ਲਾਹੌਰ ਦਰਬਾਰ ਭੇਜ ਕੇ ਉੱਥੋਂ ਇਨਾਮ ਲੈਂਦਾ ਸੀ। ਇਹੋ ਜਿਹਾ ਇਹ ਮਲੇਛ ਸੀ। ਜੋ ਪਈ ਕਈਨ ਦੇਵੇ ਲਾਹੌਰ ਪਹੁੰਚਾਏ। ਕਿਉਂਕਿ ਉਦੋਂ 10 ਪਾਉਣ ਵਾਲੇ ਨੂੰ ਵੀ ਇਨਾਮ ਮਿਲਦਾ ਸੀ, ਫੜਾਉਣ ਵਾਲੇ ਨੂੰ ਵੀ ਇਨਾਮ ਮਿਲਦਾ ਸੀ, ਫੜ ਕੇ ਲਿਆ ਕੇ ਪੇਸ਼ ਕਰਨ ਵਾਲੇ ਨੂੰ ਵੀ ਇਨਾਮ ਮਿਲਦਾ ਸੀ ਤੇ ਸਿਰ ਵੱਢ ਕੇ ਵੀ ਲਿਆਉਣ ਵਾਲੇ ਨੂੰ 80 ਰੁਪਏ ਤੱਕ ਇਨਾਮ ਦਿੱਤਾ ਜਾਂਦਾ ਸੀ। ਇਹਨੇ ਬਹੁਤ ਸਾਰੇ ਸਿੰਘ ਆਪ ਕਤਲ ਕੀਤੇ, ਉਹਨਾਂ ਦੇ ਸਿਰ ਵੱਢ ਕੇ ਲਾਹੌਰ ਪੇਸ਼ ਕੀਤੇ। ਬਹੁਤ ਸਾਰੇ ਫੜ ਕੇ ਆਪ ਲਿਜਾ ਕੇ ਉੱਥੇ ਲਾਹੌਰ ਦੇ ਨਵਾਬ ਕੋਲ ਭੇਟ ਕਰਕੇ ਉਹਦੇ ਕੋਲੋਂ ਇਨਾਮ ਲਏ। ਉਨਕੇ ਇਨਾਮ ਆਪ ਲੈ ਖਾਏ। ਔਰ ਉਹਨਾਂ ਦੇ ਨਾਮ ਲੈ ਕੇ ਖਾਂਦਾ ਸੀ ਇਹ ਪਾਪੀ ਨਿਰੰਜਨੀਆਂ ਹਰ ਭਗਤ। 10 ਕਰ ਸਿੰਘਨ ਕਰ ਪਿੰਡੋਂ ਫੜਾਵੇ। ਔਰ 10 ਕੇ ਪਿੰਡਾਂ ਦੇ ਵਿੱਚੋਂ ਸਿੰਘਾਂ ਨੂੰ ਫੜਾ ਦਿੰਦਾ ਸੀ। ਇਹਨੂੰ ਪਤਾ ਲੱਗਣਾ ਵੀ ਫਲਾਣੇ ਪਿੰਡ ਦੇ ਵਿੱਚ ਸਿੰਘ ਆਉਂਦੇ ਆ ਰਾਤ ਬਰਾਤੇ, ਤਾਂ ਇਹਨੇ ਪਹਿਲਾਂ ਮੁਖਬਰੀ ਕਰਕੇ ਫੌਜ ਸੱਦ ਕੇ ਸਿੰਘ ਫੜਾ ਦੇਣੇ। ਫੌਜ ਗੈਲ ਬੋ ਤੁਰਕਨ ਰਖਾਵੇ। ਇਹਨੇ ਆਪਣੇ ਨਾਲ ਵੀ ਸਿਕਿਉਰਿਟੀ ਰੱਖੀ ਹੋਈ ਸੀ। ਤੁਰਕਾਂ ਦੀ ਜਿਹੜੀ ਫੌਜ ਸੀ ਇਹਨੂੰ ਵੀ ਡਰ ਸੀ ਵੀ ਕੋਈ ਸਿੰਘ ਹੀ ਨਾ ਆ ਕੇ ਮੈਨੂੰ ਝਟਕ ਜਾਏ, ਇਸ ਕਰਕੇ ਤੁਰਕਾਂ ਦੇ ਸਿਪਾਹੀ ਆਪਣੇ ਨਾਲ ਰੱਖਦਾ ਸੀ ਇਹ ਮਲੇਛ। ਉਨ ਦੋਏ ਬਾਰ ਸਾਡੋ ਪਿੰਡ ਲੁਟਾਇਓ। ਭਾਈ ਰਤਨ ਸਿੰਘ ਜੀ ਕਹਿੰਦੇ ਉਹਨੇ 2 ਵਾਰੀ ਸਾਡੇ ਪਿੰਡ ਤੇ ਵੀ ਹਮਲਾ ਕਰਾ ਕੇ ਸਾਡਾ ਪਿੰਡ ਲੁਟਾਇਆ। ਦੱਸਦੇ ਵੀ 2 ਵਾਰ ਉਹਨੇ ਸਾਡਾ ਪਿੰਡ, ਭਾਈ ਰਤਨ ਸਿੰਘ ਹੋਣਾ ਦਾ ਪਿੰਡ ਕਿਹੜਾ ਸੀ? ਮੀਰਾਂ ਕੋਟ। ਕਹਿੰਦੇ 2 ਵਾਰ ਉਹਨੇ ਸਾਡਾ ਪਿੰਡ ਵੀ ਆ ਕੇ ਲੁਟਾਇਆ ਸੀ। ਬਾਪ ਦਾਦੋ ਉਨ ਸਾਡੋ ਕਢਾਇਓ। ਸਾਡੇ ਦਾਦਾ ਜੀ ਸਰਦਾਰ ਮਤਾਬ ਸਿੰਘ ਜੀ ਮੀਰਾਂ ਕੋਟੀਆ ਜੀ ਨੂੰ ਉਹਨੇ ਪਿੰਡੋਂ ਕਢਾਇਆ। ਮੇਰੇ ਪਿਤਾ ਨੂੰ ਇੱਕ ਵਾਰੀ ਤਕਰੀਬਨ ਮੁਰਦਾ ਸਮਝ ਕੇ ਸੁੱਟ ਗਏ ਸੀ। ਅੱਗੇ ਕਥਾ ਆਵੇਗੀ ਸਾਰੀ ਕਿ ਮੇਰੇ ਪਿਤਾ ਨੂੰ ਵੀ ਉਹਨਾਂ ਨੇ ਮੁਰਦਾ ਬਣਾ ਕੇ ਸੁੱਟ ਦਿੱਤਾ ਸੀ, ਉਹ ਤਾਂ ਪਰਮੇਸ਼ਰ ਨੇ ਰੱਖ ਲਿਆ। ਉਸਕੇ ਮਗਰ ਜੋ ਪੜੋਤੇ ਪਏ। ਕਹਿੰਦੇ ਹਰ ਭਗਤ ਨਿਰੰਜਨੀਏ ਦੇ ਮੌਤ ਤੋਂ ਬਾਅਦ ਫਿਰ ਅੱਗੇ ਉਹਦੇ ਜਿਹੜੇ ਪੜਪੋਤਰੇ ਸਨ, ਕਿਰਪਾਲ ਦਿਆਲ ਜਿਸ ਨਾਮੈ ਠਏ। ਇੱਕ ਦਾ ਨਾਮ ਕਿਰਪਾਲ ਸੀ ਤੇ ਦੂਜੇ ਦਾ ਨਾਮ ਦਿਆਲ ਸੀ। ਵੈ ਅਹਿਮਦ ਸ਼ਾਹੇ ਕੇ ਮੋਹਰੇ ਧਾਏ। ਉਹ ਅਬਦਾਲੀ ਨਾਲ ਰਲ ਗਏ। ਉਹ ਅਬਦਾਲੀ ਨਾਲ ਰਲ ਕੇ ਜਿਹੜੇ ਹੰਦਾਲ ਦੇ ਅੱਗੇ ਪੜਪੋਤਰੇ ਸੀ, ਹਰ ਭਗਤ ਨਿਰੰਜਨੀਏ ਦੀ ਅੱਗੇ ਜਿਹੜੇ ਉਹਦੇ ਪੁੱਤਰ ਸੀ, ਉਹ ਦਿਆਲ ਹੋਣੀ, ਕਹਿੰਦੇ ਉਹ ਜਾ ਕੇ ਰਲ ਗਏ ਅਬਦਾਲੀ ਨਾਲ, ਮੂਹਰੇ ਹੋ ਕੇ ਜਾਇਆ ਕਰਨ ਪੰਜਾਬ ਜਿੱਥੇ, ਕਿਉਂਕਿ ਅਬਦਾਲੀ ਵੀ ਸਿੰਘਾਂ ਦਾ ਖੁਰਾ ਖੋਜ ਮਿਟਾਉਣਾ ਚਾਹੁੰਦਾ ਸੀ। ਉਹ ਅੱਗੇ ਲੱਗ ਕੇ ਸਿੰਘਾਂ ਦਾ ਨੁਕਸਾਨ ਅਬਦਾਲੀ ਕੋਲੋਂ ਕਰਾਉਂਦੇ ਰਹੇ। ਉਨ ਹੋਏ ਆਗੂ ਬੋ ਸਿੰਘ ਮਰਵਾਏ। ਉਹਨਾਂ ਨੇ ਵੀ ਜਿਹੜਾ ਉਹ ਦਿਆਲ ਸੀ ਤੇ ਕਿਰਪਾਲ, ਨਾਂ ਵੇਖੋ ਕਿਹੋ ਜੇ, ਪਿਓ ਦਾ ਨਾਂ ਹਰ ਭਗਤ ਨਿਰੰਜਨੀਆਂ, ਅੱਗੋਂ ਪੁੱਤਰਾਂ ਦਾ ਨਾਂ ਕਿਰਪਾਲ ਤੇ ਇੱਕ ਦਾ ਨਾਂ ਦਿਆਲ, ਤੇ ਕੰਮ ਕਸਾਈਆਂ ਵਾਲੇ, ਨਾਂ ਕਿਰਪਾਲ ਦਿਆਲ ਦੋਹਾਂ ਭਰਾਵਾਂ ਦਾ, ਤੇ ਨਾ ਕਿਰਪਾਲ ਚ ਕਿਰਪਾ ਤੇ ਨਾ ਕਿਤੇ ਦਿਆਲ ਚ ਕੋਈ ਦਇਆ। ਕਸਾਈ ਬਣ ਕੇ ਅਬਦਾਲੀ ਦੇ ਮੂਹਰੇ ਲੱਗ ਕੇ ਸਿੰਘਾਂ ਨੂੰ ਫੜਾਉਂਦੇ ਤੇ ਕਤਲ ਕਰਾਉਂਦੇ। ਪਇਓ ਕੱਲੂ ਕਾਰਾ ਮਲੇਰੇ ਪਾਈ। ਜਿਹੜਾ ਇੱਧਰ ਕੋਪਰਹੀੜ ਦੇ ਮੈਦਾਨ ਚ ਮਲੇਰ ਕੋਟਲੇ ਦੇ ਇਲਾਕੇ ਚ ਕੱਲੂ ਘਾਰਾ ਹੋਇਆ ਵੱਡਾ, ਹੁਤ 1020-30 ਸਿੰਘ ਮਾਰੇ ਜਿਸ ਥਾਈ। ਕੱਲੂ ਘਾਰੇ ਵਿੱਚ ਤਕਰੀਬਨ 20 ਤੋਂ
30,000 ਸਿੰਘਾਂ ਦੀ ਸ਼ਹੀਦੀ ਹੋਈ ਆ ਵੱਡੇ ਘੱਲੂਘਾਰੇ 'ਚ। ਉਹ ਜਿਹੜਾ ਵੱਡਾ ਘੱਲੂਘਾਰਾ ਸੀ, ਅੱਗੇ ਕਥਾ ਆਵੇਗੀ ਉਹਦੀ ਵੀ, ਉਹ ਵੱਡਾ ਜਿਹੜਾ ਘੱਲੂਘਾਰਾ ਸੀ ਉਹਦੇ 'ਚ ਅਬਦਾਲੀ ਨੇ ਸਿੰਘਾਂ ਦਾ ਨੁਕਸਾਨ ਕੀਤਾ। ਇੱਕੋ ਦਿਨ 'ਚ 20 ਤੋਂ 30,000 ਸਿੰਘ ਬੱਚੇ ਜਿਹੜੇ ਸਨ ਜਾਂ ਬਜ਼ੁਰਗ ਸਨ, ਮਾਤਾਵਾਂ ਸਨ, ਉਹ ਸ਼ਹੀਦ ਹੋਏ। ਇਸ ਕਰ ਸਿੰਘਨ ਮੋਰਚੇ ਲਾਏ, ਇਸ ਕਰਕੇ ਸਿੰਘਾਂ ਨੇ ਮੋਰਚੇ ਲਾਏ ਸੀ ਅਬਦਾਲੀ ਦੇ ਖਿਲਾਫ। ਆਏ ਅਹਿਮਦ ਸ਼ਾਹ ਉਨ ਤੇਉ ਬਚਾਏ। ਤੇ ਕਿਰਪਾਲ ਦਿਆਲ ਨਾਲ ਵੀ ਸਿੰਘਾਂ ਦੀ ਲੱਗਣ ਲੱਗ ਪਈ ਵੀ ਅਬਦਾਲੀ ਦੀ ਮਦਦ ਕਰਦੇ ਨੇ, ਤੇ ਇਹਨੇ ਅਬਦਾਲੀ ਨੂੰ ਆਪਣੀ ਓਟ ਬਣਾ ਲੈਣਾ, ਅਬਦਾਲੀ ਨੂੰ ਆਪਣੀ ਢਾਲ ਬਣਾ ਲੈਣਾ ਇਹਨਾਂ ਦੋਹਾਂ ਨੇ। ਜਦ ਖਾਲਸੇ ਦਿਓ ਸ਼ਾਹ ਨਿਕਾਲ, ਅਖੀਰ ਨੂੰ ਅਬਦਾਲੀ ਦੀ ਵੀ ਨੱਕ ਦਮ ਕਰਕੇ ਖਾਲਸੇ ਨੇ ਅਬਦਾਲੀ ਨੂੰ ਛੱਡਿਆ, ਵਾਪਸ ਕਾਬਲ ਤੱਕ ਛੱਡ ਕੇ ਆਏ ਉਹਨੂੰ, ਮਲੇਛ ਨੂੰ। ਉਨ ਕਰੀ ਰਸਾਈ ਖਾਲਸੇ ਨਾਲ। ਫਿਰ ਜਿਹੜੇ ਨਿਰੰਜਨੀਏ ਸੀ ਇਹਨਾਂ ਨੇ ਵੇਖਿਆ ਕਿ ਹੁਣ ਅਬਦਾਲੀ ਤਾਂ ਆਉਂਦਾ ਨਹੀਂ, ਇਹਨਾਂ ਨਿਰੰਜਨੀਆਂ ਨੇ ਹੁਣ ਖਾਲਸੇ ਨਾਲ ਫਿਰ ਮੁੜ ਕੇ ਸਾਂਝ ਪਾ ਲਈ। ਪਹਿਲਾਂ ਇਹਦਾ ਤੇ ਪਿਓ ਦਾਦੇ ਮਰਵਾਉਂਦੇ ਰਹੇ ਸਿੰਘਾਂ ਨੂੰ, ਮੁੜ ਕੇ ਇਹਨਾਂ ਨੇ ਵੇਖਿਆ ਵੀ ਹੁਣ ਸਮਾਂ ਹੋਰ ਹੈ, ਖਾਲਸੇ ਦੇ ਬੋਲਬਾਲੇ ਹੋ ਰਹੇ ਨੇ, ਇਹਨਾਂ ਨੇ ਹੁਣ ਖਾਲਸੇ ਦੇ ਨਾਲ ਰਸਾਈ ਪਾ ਲਈ। ਕਿਤ ਦੰਗਾ ਸਿੰਘ ਆਪਸ ਮਦ ਪਇਓ, ਕਹਿੰਦੇ ਕਿਤੇ ਸਿੰਘਾਂ ਵਿੱਚ ਕਿਤੇ ਆਪਸੀ ਯੁੱਧ ਹੋ ਗਿਆ। ਉਹਾਂ ਮਦਦ ਗਇਓ ਕਿਰਪਾਲ ਮਰ ਗਇਓ। ਕਿਰਪਾਲ ਨੇ ਸਿੰਘਾਂ ਨਾਲ ਸਹਿਮਤੀ ਕਰ ਲਈ ਸੀ, ਬਾਅਦ ਵਿੱਚ ਮਾਫੀ ਮੰਗ ਲਈ ਖਾਲਸੇ ਕੋਲੋਂ ਵੀ ਮੈਂ ਗਲਤੀ ਕੀਤੀ, ਅਬਦਾਲੀ ਦੀ ਮਦਦ ਕਰਦਾ ਰਿਹਾ, ਵੀ ਹੈ ਤਾਂ ਆਪਾਂ ਇੱਕੋ ਗੁਰੂ ਦੇ ਸਿੱਖ। ਤੋ ਕਿਰਪਾਲ ਕਿਤੇ ਸਿੰਘਾਂ ਵਿੱਚ ਆਪਸੀ ਕਿਤੇ ਤਕਰਾਰਬਾਜ਼ੀ ਹੋਈ ਹੋਵੇਗੀ, ਵਿੱਚ ਗਿਆ ਛਡਾਣ ਤੇ ਮਾਰਿਆ ਗਿਆ। ਸਿੰਘ ਆਪਸ 'ਚ ਲੜਦੇ, ਗੁੱਸਾ ਇਹਦੇ ਤੇ ਨਿਕਲ ਗਿਆ, ਪਾਪੀਆ ਤੂੰ ਸਿੰਘ ਮਰਵਾਉਂਦਾ ਰਿਹਾ, ਆ ਕੇ ਹੁਣ ਸਾਡੀ ਵਿਚੋਲਗੀ ਕਰਦਾ, ਇਹ ਹੀ ਮਾਰਿਆ ਗਿਆ ਵਿੱਚ। ਦੋਹਰਾ ਕਿਰਪਾਲ ਮਗਰ ਦਿਆਲ ਦਾਸ, ਫਿਰ ਬਹਿਓ ਗੱਦੀ ਵਾਲੋ। ਕਹਿੰਦੇ ਕਿਰਪਾਲ ਦਾਸ ਦੇ ਮਰਨ ਤੋਂ ਬਾਅਦ ਉਹਦੀ ਗੱਦੀ ਦੇ ਉੱਤੇ ਉਹਦਾ ਭਰਾ ਦਿਆਲ ਦਾਸ ਬੈਠਾ। ਸ਼ਰਨ ਦਾਸ ਤਿਸ ਪੁੱਤ ਪਇਓ, ਵੱਡ ਖਰਾਬ ਸ਼ਰਾਬੀ ਜੋਏ। ਫਿਰ ਅੱਗੇ ਦਿਆਲ ਦਾਸ ਦਾ ਪੁੱਤਰ ਸੀ ਸ਼ਰਨ ਦਾਸ, ਉਹ ਬੈਠਾ ਗੱਦੀ ਤੇ ਆਪਣੇ ਪਿਓ ਦੀ ਮੌਤ ਤੋਂ ਬਾਅਦ, ਨਿਰੰਜਨੀਆਂ ਦੀ ਗੱਦੀ ਤੇ। ਜਿਹੜਾ ਉਹ ਸ਼ਰਨ ਦਾਸ ਸੀ, ਕਹਿੰਦੇ ਉਹ ਬੜਾ ਸ਼ਰਾਬੀ ਕਬਾਬੀ ਐਬੀ ਆਦਮੀ ਸੀ। ਚੋਪਈ ਬੜਾ ਕੱਦ ਤਿਸ ਬੜੋ ਜਵਾਨ, ਬੜਾ ਵੱਡਾ ਉੱਚਾ ਕੱਦ ਸੀ। ਭਾਈ ਰਤਨ ਸਿੰਘ ਕਹਿੰਦੇ ਮੈਂ ਵੇਖਿਆ, ਉਹ ਕਹਿੰਦੇ ਬੜਾ ਉੱਚਾ ਲੰਮਾ ਉਹਦਾ ਕੱਦ ਤੇ ਜਵਾਨ ਬੜਾ ਸੀ, ਸਰੀਰ ਉਹਦਾ ਬੜਾ ਬਲੀ ਸੀ। ਵੈ ਖਾਏ ਬੱਕਰੋ ਇਕੱਲੋ ਮਾਨ, ਇੱਕ ਬੱਕਰਾ ਕੱਲਾ ਖਾ ਜਾਂਦਾ ਸੀ ਉਹ ਸ਼ਰਨਦਾਸ, ਇੰਨਾ ਬਲ ਸੀ, ਜਵਾਨ ਇੰਨਾ ਸੀ। ਇੱਕ ਬੱਕਰੇ ਦਾ ਮਾਸ ਜਿਹੜਾ ਸੀ ਉਹ ਕੱਲਾ ਖਾ ਜਾਂਦਾ ਸੀ। ਸਭ ਤੋਂ ਵੱਡੋ ਕਾਮੀ ਉਹ, ਕਹਿੰਦੇ ਹੁਣ ਉਹ ਬੜਾ ਵੱਡਾ ਕਾਮੀ ਤੇ ਵਿਭਚਾਰੀ ਹੋ ਗਿਆ। ਛੱਡੇ ਨਾ ਸੰਗਤ ਧੀ ਬਹੁ ਕੋ, ਹੁਣ ਨਿਰੰਜਨੀਆਂ ਦੀ ਸੰਗਤ ਜਾਂਦੀ ਸੀ ਉਹਦੇ ਕੋਲ, ਆਪਣੀ ਜਿਹੜੀ ਸੰਗਤ ਉਹਨਾਂ ਕੋਲ ਆਉਂਦੀ ਸੀ ਨਿਰੰਜਨੀਆਂ ਦੀ, ਉਹਨਾਂ ਦੀਆਂ ਧੀਆਂ ਭੈਣਾਂ ਤੇ ਮਾੜੀ ਨਿਗਾਹ ਰੱਖਣ ਲੱਗ ਪਿਆ ਪਾਪੀ ਸ਼ਰਨਦਾਸ। ਹਾਂਜੀ, ਉਸ ਤੇ ਸੰਗਤ ਰਹੇ ਸੰਕਾਈ। ਹੁਣ ਲੋਕ ਉਹਦੇ ਤੋਂ ਸ਼ੰਕਾ ਕਰਨ ਲੱਗ ਪਏ, ਡਰਦੇ ਮਾਰੇ ਧੀ ਭੈਣ ਨਾ ਆਪਣੀ ਲੈ ਕੇ ਜਾਇਆ ਕਰਨ ਇਹਦੇ ਕੋਲ। ਹਾਂਜੀ, ਉਸ ਤੇ ਬੇਟੀ ਬਹੁ ਨ ਜਾਈ, ਹੁਣ ਕੋਈ ਬਹੂ ਬੇਟੀ ਆਪਣੀ ਇਹਦੇ ਕੋਲ ਲੈ ਕੇ ਨਹੀਂ ਆਉਂਦਾ। ਤੋ ਇਸ ਬਿਦ ਉਨ ਸਾਖੀ ਬਣਾਈ, ਇਹਨੇ ਫਿਰ ਸਾਖੀ ਬਣਾਈ, ਜਿਵੇਂ ਇਹਦਾ ਵਡੇਰਾ ਬਣਾਉਂਦਾ ਰਿਹਾ ਇਹਨੇ ਵੀ ਬਣਾਈ ਇੱਕ ਸਾਖੀ ਸ਼ਰਨਦਾਸ ਨੇ। ਸਿੱਖੀ ਔਖੀ ਐ ਰੱਖਣੀ ਪਾਈ, ਲੋਕਾਂ ਨੂੰ ਕਹਿੰਦਾ ਸਿੱਖੀ ਰੱਖਣੀ ਬੜੀ ਔਖੀ ਹੈ, ਉਹਨਾਂ ਨੂੰ ਕਹਿੰਦਾ ਇਹ ਪਾਪੀ ਮਲੇਛ ਜਿਹੜਾ ਆਪਣੇ ਸੰਗਤ ਦੇ ਵਿੱਚ ਆਈਆਂ ਧੀਆਂ ਭੈਣਾਂ ਤੇ ਮਾੜੀ ਨਿਗਾਹ ਰੱਖਦਾ ਸੀ, ਜੋ ਇਹਦੀਆਂ ਧੀਆਂ ਸਨ ਭੈਣਾਂ ਦੇ ਬਰਾਬਰ ਸਨ। ਤੇ ਵਿਭਚਾਰੀ ਜਦੋਂ ਸੰਗਤ ਨੇ ਬੱਚੇ ਲਿਆਉਣੇ ਇਹਦੇ ਕੋਲ ਬੰਦ ਕਰ ਲਏ ਆਪਣੇ, ਇਹਦੀ ਜਿਹੜੀ ਸੰਗਤ ਸੀ। ਇਹੋ ਜਿਹਾਂ ਦੇ ਚੇਲੇ ਵੀ ਇਹੋ ਜਿਹਾਂ ਨਾਲ ਇਹੋ ਜਿਹਾ ਹੀ ਵਰਤਾਰਾ ਵਰਤਦਾ ਹੈ, ਕੱਚੇ ਪਿੱਲਿਆਂ ਦੇ ਡੇਰਿਆਂ ਤੇ ਇਹੋ ਜਿਹਾ ਹੀ ਕੁਝ ਹੁੰਦਾ ਵਰਤਾਰਾ, ਫਿਰ ਸਜ਼ਾ ਵੀ ਮਿਲਦੀ ਹੈ ਸਮਾਂ ਪਾ ਕੇ। ਇਹ ਪਤਾ ਕਿੱਦਾਂ ਗੁੰਮਰਾਹ ਕਰਦੇ ਆ ਇਹਨਾਂ ਨੂੰ, ਆਪਣੇ ਚੇਲਿਆਂ ਨੂੰ। ਜਿਵੇਂ ਸ਼ਰਨਦਾਸ ਕਹਿੰਦਾ ਗੁਰੂ ਦੀ ਸਿੱਖੀ ਕਮਾਉਣੀ, ਸਾਡੇ ਵਰਗਿਆਂ ਗੁਰੂਆਂ ਦੀ ਸਿੱਖੀ ਕਮਾਉਣੀ ਬੜੀ ਔਖੀ ਹੈ।
ਵਾਲੋਂ ਨਿੱਕੀ ਖਨਿਓ ਤਿੱਖੀ। ਸਿੱਖੀ ਤਾਂ ਵਾਲ ਨਾਲੋਂ ਵੀ ਬਰੀਕ ਤੇ ਖੰਡੇ ਦੀ ਧਾਰ ਨਾਲੋਂ ਵੀ ਤਿੱਖੀ ਹੈ। ਵੇਦ ਸ਼ਾਸਤਰ ਕੈ ਮਦ ਐ ਲਿਖੀ। ਵੇਦਾਂ ਸ਼ਾਸਤਰਾਂ 'ਚ ਲਿਖੀ, ਮੈਂ ਤਾਂ ਤੁਹਾਡੀ ਪਰਖ ਕਰਦਾ, ਤੁਸੀਂ ਪਰਖ 'ਚੋਂ ਫੇਲ ਹੋ ਗਏ। ਉਹ ਕਹਿੰਦਾ ਆਪਣੇ ਚੇਲਿਆਂ ਨੂੰ ਕਹਿੰਦਾ ਮੈਂ ਤੁਹਾਡੀ ਪਰਖ ਕਰਦਾ ਸੀ, ਤੁਸੀਂ ਉਸ ਪਰਖ ਦੇ ਵਿੱਚੋਂ ਫੇਲ ਹੋ ਗਏ ਹੋ। ਬਹੁ ਬੇਟੀ ਹੈ ਕਿਤਨਾ ਕ ਬਾਤ। ਕਹਿੰਦਾ ਇਹ ਬਹੁ ਬੇਟੀਆਂ ਕਿੱਡੀ ਕੁ ਗੱਲ ਹੈ। ਇੱਥੋਂ ਤੱਕ ਇਹ ਬੋਲਿਆ ਮਲੇਛ ਹੈ ਪਰਮ ਪਦਾਰਥ ਸਿੱਖੀ ਵਖਿਆਤ। ਕਹਿੰਦੇ ਬਹੁ ਬੇਟੀਆਂ ਸਾਡੇ ਕੋਲ ਮੇਰੇ ਕੋਲ ਭੇਟ ਕਰਕੇ ਤੁਹਾਨੂੰ ਮੇਰੀ ਸਿੱਖੀ ਮਿਲਦੀ ਆ, ਉਹ ਸਿੱਖੀ ਦਾ ਕੋਈ ਮੁੱਲ ਹੈ? ਕਹਿੰਦਾ ਆਹ ਕੀ ਚੀਜ਼, ਇੰਨੀ ਕੁ ਵਸਤੂ ਕੀ ਹੈ? ਉਹ ਤਾਂ ਅਮੋਲਕ ਵਸਤੂ ਹੈ ਜਿਹੜੀ ਤੁਹਾਨੂੰ ਮਿਲੀ ਹੈ। ਆਦ ਅੰਤ ਜੋ ਹੋਤੀ ਆਈ। ਕਹਿੰਦਾ ਆਦ ਅੰਤ ਹੀ ਹੁੰਦਾ ਆਇਆ, ਜਾਂ ਮੈਂ ਪਰਮ ਨ ਮਾਨਿਓ ਰਾਈ। ਇਸ ਕਰਕੇ ਤੁਸੀਂ ਭਰਮ ਨਹੀਂ ਕਰਨਾ ਕਿਸੇ ਨੇ, ਮੇਰੇ ਚੇਲਿਆਂ ਨੇ। ਜਨਮ ਸਾਖੀ ਆਪ ਧਰੀ ਬਣਾਏ। ਕਹਿੰਦਾ ਤੁਸੀਂ ਸਾਰੇ ਮੇਰੇ ਪ੍ਰੇਮੀ ਹੋ ਤੇ ਮੈਂ ਤੁਹਾਡਾ ਪਿਤਾ ਜੀ ਹਾਂ, ਇਸ ਕਰਕੇ ਮੇਰੇ ਨਾਲ ਤੁਸੀਂ ਕਿਸੇ ਪ੍ਰਕਾਰ ਦਾ ਭਰਮ ਨਹੀਂ ਰੱਖਣਾ। ਏਦਾਂ ਇਹ ਬੋਲਿਆ। ਇਹੋ ਜਿਹੀਆਂ ਰੂਹਾਂ ਨਾ ਮੁੜ ਮੁੜ ਆਉਂਦੀਆਂ ਰਹਿੰਦੀਆਂ ਨੇ ਪਾਪੀਆਂ ਦੀਆਂ। ਔਰੰਗਾ ਵੀ ਮੁੜ ਮੁੜ ਆਉਂਦਾ, ਚੰਗੇਜ ਖਾਂ ਵੀ ਆਉਂਦਾ, ਉਹ ਆਉਂਦੇ ਰਹਿੰਦੇ ਆ ਮੁੜ ਮੁੜ ਕੇ। ਕਹਿੰਦਾ ਤੁਸੀਂ ਸਾਰੇ ਮੇਰੇ ਪ੍ਰੇਮੀ ਜੇ ਤੇ ਮੈਂ ਤੁਹਾਡਾ ਪਿਤਾ ਹਾਂ। ਕਹਿਓ ਸੰਗਤ ਦੇਖ ਲਿਓ ਆਏ। ਕਹਿੰਦੇ ਉਸ ਵੇਲੇ ਫਿਰ ਉਹ ਕਹਿਣ ਜੀ ਹਾਂ ਠੀਕ ਹੈ ਜੀ, ਸਾਡੇ ਪਿਤਾ ਸ਼ਰਨਦਾਸ ਜੀ ਬਿਲਕੁਲ ਠੀਕ ਕਹਿੰਦੇ ਐ। ਦੋਹਰਾ ਮੁਖਤ ਨਿਆਮਤ ਬੇਕਦੈ ਗਏ ਸੋਈ ਮਹੀ ਬਾਦ। ਕਹਿੰਦੇ ਸ਼ਰਨਦਾਸ ਦਾ ਵੀ ਅੰਤ ਨੂੰ ਅੰਤ ਹੋਣਾ ਸੀ। ਪਾਪ ਕੋਈ ਵੀ ਹੋਵੇ ਸਿਖਰ ਤੇ ਜਾ ਕੇ ਅੰਤ ਤਾਂ ਹੁੰਦਾ ਹੀ ਆ ਨਾ। ਉਹਦਾ ਵੀ ਅੰਤ ਹੋ ਗਿਆ। ਉਹਦਾ ਹੀ ਕੋਈ ਚੇਲਾ ਸੀ, ਉਹਨੂੰ ਮਾਰ ਗਿਆ, ਸਮਾਪਤ ਹੋ ਗਿਆ। ਕਹਿੰਦੇ ਇਦਾਂ ਸਾਰਾ ਘਰ ਇਹਨਾਂ ਦਾ ਖਤਮ ਹੋ ਗਿਆ। ਗੁਰੂ ਸਾਹਿਬ ਨੇ ਕਿੱਡੀ ਵੱਡੀ ਬਖਸ਼ਿਸ਼ ਕੀਤੀ ਸੀ ਇਹਨਾਂ ਦੇ ਵਡੇਰੇ ਹੰਦਾਲ ਤੇ, ਪਰ ਇਹਨਾਂ ਕੋਲੋਂ ਸਾਂਭੀ ਨਹੀਂ ਗਈ। ਪਾਪੀ ਦੁਸ਼ਟ ਨਿੰਦਕ ਮਹਾ ਉਨ ਭਈ ਨਾ ਅਗੋ ਔਲਾਦ। ਪਾਪੀ ਦੁਸ਼ਟ ਨਿੰਦਕ, ਇਹਦੀ ਅੱਗੇ ਔਲਾਦ ਨਹੀਂ ਹੋਈ ਮਲੇਛ ਦੀ, ਅੱਗੇ ਕੋਈ ਸੰਤਾਨ ਨਹੀਂ ਹੋਈ। ਏਦਾਂ ਇਹ ਸਮਾਪਤ ਹੋ ਗਏ। ਹਾਂਜੀ। ਦੋਹਰਾ ਸਾਖੀ ਤਾਰਾ ਸਿੰਘ ਕੀ ਸੁਨ ਸੋ ਬੁੱਧੀ ਨਿਧਾਨ। ਹੁਣ ਜਦੋਂ ਨਰਿੰਜਨੀਆਂ ਦਾ ਪ੍ਰਸੰਗ ਪੂਰਾ ਕਰ ਦਿੱਤਾ ਭਾਈ ਰਤਨ ਸਿੰਘ ਹੋਣਾ ਨੇ, ਵੀ ਇਹ ਉਹ ਬੰਦੇ ਸੀ ਗੰਗੂ ਸ਼ਾਹੀਏ, ਨਿਰੰਜਨੀਏ ਤੇ ਗੁਲਾਬ ਰਾਈਏ, ਇਹਨਾਂ ਨੇ ਪੰਥ ਦਾ ਨੁਕਸਾਨ ਕੀਤਾ ਸੀ, ਇਸ ਕਰਕੇ ਭਾਈ ਸਾਹਿਬ ਉਹਨਾਂ ਦਾ ਜ਼ਿਕਰ ਕਰਕੇ ਆਏ ਨੇ। ਹੁਣ ਭਾਈ ਸਾਹਿਬ ਕਹਿੰਦੇ ਮੈਂ ਇੱਕ ਗੁਰੂ ਘਰ ਦੇ ਮਹਾਨ ਯੋਧੇ ਸੂਰਮੇ ਭਾਈ ਤਾਰਾ ਸਿੰਘ ਵਾਂ, ਉਹਨਾਂ ਦਾ ਪ੍ਰਸੰਗ ਸੁਣਾਉਣਾ। ਸਾਖੀ ਤਾਰਾ ਸਿੰਘ ਕੀ ਸੁਣੋ ਸੋ ਬੁੱਧ ਨਿਧਾਨ ਹੈ, ਬੁੱਧੀ ਦੇ ਨਿਧਾਨੋ, ਯਾਨੀ ਕਿ ਬੁੱਧੀ ਮਾਨੋ, ਗੁਰਸਿੱਖੋ ਸੁਣੋ। ਹੁਣ ਤਾਰਾ ਸਿੰਘ ਦੀ ਕਥਾ ਸੁਣਾਵਾਂ। ਬਾਏ ਡਲ ਮਦ ਸਿੰਘ ਪਇਓ ਬੁੱਟਰ ਗੋਤ ਪ੍ਰਧਾਨ। ਕਹਿੰਦੇ ਤਾਰਾ ਸਿੰਘ ਜੀ ਵਾਂ ਪਿੰਡ ਦੇ ਰਹਿਣ ਵਾਲੇ। ਡੱਲ ਤੇ ਵਾਂ ਦੋ ਪਿੰਡ ਨੇ, ਹੁਣ ਬਾਰਡਰ ਦੇ ਨੇੜੇ ਪੈ ਜਾਂਦੇ ਆ। ਡੱਲ ਤੇ ਵਾਂ ਨੇੜੇ ਨੇੜੇ ਨੇ ਦੋਵੇਂ ਪਿੰਡ। ਭਾਈ ਤਾਰਾ ਸਿੰਘ ਜੀ ਵਾਂ ਪਿੰਡ ਦੇ ਰਹਿਣ ਵਾਲੇ ਸੀ ਤੇ ਬੁੱਟਰ ਗੋਤ ਸੀ ਇਹਨਾਂ ਦਾ, ਜੱਟਾਂ ਦਾ। ਉਸ ਗੋਤਰ ਦੇ ਨਾਲ ਇਹ ਸੰਬੰਧਤ ਸਨ। ਇਹ ਬੜੇ ਯੋਧੇ, ਮਹਾਨ ਸਿਰਲੱਥ ਯੋਧੇ ਭਾਈ ਤਾਰਾ ਸਿੰਘ ਦੀ ਸ਼ਹੀਦੀ ਦਾ ਪ੍ਰਸੰਗ ਚੱਲ ਰਿਹਾ ਤੇ ਭਾਈ ਸਾਹਿਬ ਜੀ ਨੇ ਕਿਵੇਂ ਬਹਾਦਰੀ ਨਾਲ ਸ਼ਹੀਦੀ ਪ੍ਰਾਪਤ ਕੀਤੀ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗੁਰੂ ਪੰਥ ਦਾ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇ ਖਿਮਾ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ 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 ਹੈ ਅਚੁੱਤ ਹੈ ਪਾਰ ਬ੍ਰਹਮ ਅਗਨਾਸੀ ਅਗਨਾਸ ਹੈ ਪੂਰਨ ਹੈ ਸਰਬਮੈ ਮੁਖ ਪੰਜਨ ਗੁਣਤਾਸ ਹੈ ਸੰਗੀ ਹੈ ਨਿਰੰਕਾਰ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ ਕੀ ਸਦਾ ਬਬੇਕ ਹੈ ਅਪਰੰਪਰ ਹਰ ਹਰੇ ਪੀਓ ਵਣਿਆਰੇ ਹੈ ਸੰਤਹ ਕੈ ਸਦਾ ਸੰਗ ਧਾਰਾਇਆਕਾਰ ਹੈ ਠਾਕੁਰ ਹਉ ਦਾਸਰੋ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀਜੈ ਨਾਮ ਦਾਨ ਰਾਖੋਈ ਐ ਪਰੋਏ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲੇ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਆਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਆਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
शरण परूं हर भ्रम कटे नानक साध संग द्वितीय सज्जन सच्चा पात सिर सहाद जिस पास बैठ सो गए सबना दा वेसा आनंद गुण निधान गुरु गरे बनवान गरीब बनवान गरीब बनवान नाचत बिरत मोर भादर करत घोर 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 दामनी अनेक पाव करयो करत गए दामनी अनेक भाव करयो करत गए नाचत फिरत मोर भादर करत घोर नाचत फिरत मोर भादर करत घोर दामनी अनेक भाव करयो करत गए दामनी अनेक भाव करयो करत गए नाचत बिरत मोर भादर करत नाचत बिरत मोर भादर करत घोर चंद्रमा ते शीतल ना सूरज के तपत ते चंद्रमा ते शीतल ना सूरज के तपत ते इंद्र सोना राजा पव भूम को